ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਪ੍ਰੀਤੀ ਆ। ਮੇਰੀ ਸਫਲਤਾ ਦੇ ਪੂਰੇ 8 ਸਾਲ ਬਾਅਦ ਅੱਜ ਮੇਰੇ ਘਰ ਨਿਊਜ਼ ਰਿਪੋਰਟਰ ਆਈ ਸੀ। ਉਹ ਮੇਰੀ ਸਫਲਤਾ ਬਾਰੇ ਜਾਣਨਾ ਚਾਹੁੰਦੀ ਸੀ। ਮੈਨੂੰ ਆਪਣੇ ਆਪ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ। ਅੱਜ ਤੋਂ 8 ਸਾਲ ਪਹਿਲਾਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੈਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹ ਲਿਆ ਸੀ। ਅੱਜ ਮੇਰੀ ਉਮਰ 29 ਸਾਲ ਅਤੇ ਲੋਕ ਹੈਰਾਨ ਆ ਕਿ ਮੈਂ ਇੰਨੀ ਛੋਟੀ ਉਮਰ ਵਿੱਚ ਇੰਨੀ ਕਾਮਯਾਬ ਕਿਵੇਂ ਹੋ ਗਈ, ਜਦ ਕਿ ਲੋਕਾਂ ਨੂੰ ਕਾਮਯਾਬ ਹੋਣ ਲਈ ਬਹੁਤ ਸਾਲ ਲੰਘ ਜਾਂਦੇ ਆ। ਮੈਂ ਆਪਣੀ ਮਿਹਨਤ ਦੇ 8 ਸਾਲਾਂ ਬਾਅਦ ਅੱਜ ਕਾਮਯਾਬ ਹੋ ਗਈ ਸੀ। ਅੱਜ ਰਿਪੋਰਟਰ ਮੇਰੀ ਇੰਟਰਵਿਊ ਲੈਣ ਆਈ ਸੀ। ਉਸਨੇ ਕਿਹਾ ਕਿ ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਹਾਂ। ਇੱਕ 29 ਸਾਲ ਦੀ ਕੁੜੀ ਜਿਸ ਦਾ ਅਜੇ ਤੱਕ ਵਿਆਹ ਵੀ ਨਹੀਂ ਹੋਇਆ, ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਜਨਮ ਲੈ ਕੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਅੱਜ ਉਹ ਪ੍ਰੀਤੀ ਕੰਸਟਰਕਸ਼ਨ ਕੰਪਨੀ ਦੀ ਮਾਲਕਣ ਦੇ ਨਾਮ ਨਾਲ ਜਾਣੀ ਜਾਂਦੀ ਆ। ਮਿਸ ਪ੍ਰੀਤੀ, ਤੁਹਾਡੀ ਕੰਪਨੀ ਸ਼ਹਿਰ ਦੀਆਂ ਮਲਟੀਨੈਸ਼ਨਲ ਕੰਪਨੀਆਂ ਵਿੱਚੋਂ ਪਹਿਲੇ ਨੰਬਰ 'ਤੇ ਜਾਣੀ ਜਾਂਦੀ ਆ। ਜ਼ਰੂਰ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਵਿੱਚੋਂ ਲੰਘ ਕੇ ਬਹੁਤ ਸਾਰੇ ਸੈਕਰੀਫਾਈਸ ਕਰਕੇ ਸਕਸੈਸ ਕਮਾਈ ਆ। ਆਖਿਰਕਾਰ ਕੋਈ ਵੀ ਆਸਾਨੀ ਨਾਲ ਕਾਮਯਾਬ ਨਹੀਂ ਹੁੰਦਾ, ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਤੁਹਾਡੀ ਕਾਮਯਾਬੀ ਦੀ ਕਹਾਣੀ ਸੁਣਨਾ ਚਾਹੁੰਦੇ ਹਾਂ। ਲੋਕਾਂ ਨੂੰ ਵੀ ਤੁਹਾਡੀ ਕਾਮਯਾਬੀ ਦੀ ਕਹਾਣੀ ਸੁਣਾਉਣਾ ਚਾਹੁੰਦੇ ਹਾਂ ਤਾਂ ਕਿ ਲੋਕਾਂ ਨੂੰ ਤੁਹਾਨੂੰ ਦੇਖ ਕੇ ਕੋਈ ਸਿੱਖਿਆ ਮਿਲੇ, ਤੁਸੀਂ ਉਹਨਾਂ ਨੂੰ ਕੋਈ ਪ੍ਰੇਰਨਾ ਦੇ ਸਕੋ। ਮੈਂ ਆਪਣੀ ਕਾਮਯਾਬੀ ਦੀ ਦਾਸਤਾਨ ਸੁਣਾਉਣ ਦੇ ਲਈ ਤਿਆਰ ਸੀ। ਇਹ ਨਿਊਜ਼ ਰਿਪੋਰਟਰ ਬਿਲਕੁਲ ਸਹੀ ਕਹਿ ਰਹੀ ਸੀ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਮੈਂ ਅੱਜ ਇਸ ਮੁਕਾਮ ਤੱਕ ਆਈ ਸੀ। ਲੋਕ ਮੈਨੂੰ ਪ੍ਰੀਤੀ ਦੇ ਨਾਮ ਨਾਲ ਨਹੀਂ ਬਲਕਿ ਪ੍ਰੀਤੀ ਕੰਸਟਰਕਸ਼ਨ ਦੀ ਮਾਰਕੀਟ ਵਿੱਚ ਪ੍ਰੀਤੀ ਅਹੂਜਾ ਦੇ ਨਾਮ ਨਾਲ ਜਾਣਦੇ ਸੀ। ਉਸ ਦਾ ਇਹੀ ਸਵਾਲ ਸੀ ਕਿ ਮੈਂ ਤੁਹਾਡੀ ਬਿਜ਼ਨਸ ਜਰਨੀ ਦੇ ਬਾਰੇ ਜਾਣਨਾ ਚਾਹੁੰਦੀ ਹਾਂ। ਤੁਸੀਂ ਪਲੀਜ਼ ਸਾਡੇ ਚੈਨਲ ਰਾਹੀਂ ਆਪਣੀ ਸਫਲਤਾ ਦੀ ਸਟੋਰੀ ਸ਼ੇਅਰ ਕਰੋ। ਮੈਂ ਉਸ ਰਿਪੋਰਟਰ ਦੀ ਗੱਲ 'ਤੇ ਮੁਸਕਰਾਉਣ ਲੱਗ ਗਈ। ਜਦੋਂ ਮੈਂ ਪੈਦਾ ਹੋਈ ਸੀ ਤਾਂ ਮੇਰੇ ਪੇਰੈਂਟਸ ਨੂੰ ਲੋਕਾਂ ਨੇ ਕਿਹਾ ਸੀ ਕਿ ਜੇ ਤੁਸੀਂ ਇੱਕ ਬੇਟਾ ਪੈਦਾ ਕਰਦੇ ਤਾਂ ਤੁਹਾਡੇ ਬੁਢਾਪੇ ਵਿੱਚ ਤੁਹਾਡਾ ਸਹਾਰਾ ਬਣਦਾ, ਪਰ ਮੈਂ ਤਾਂ ਇੱਕ ਕੁੜੀ ਸੀ। ਮੇਰੇ ਪੇਰੈਂਟਸ ਨੇ ਲੋਕਾਂ ਨੂੰ ਕਿਹਾ ਕਿ ਇਹੀ ਸਾਡਾ ਮੁੰਡਾ ਅਤੇ ਇਹੀ ਸਾਡੀ ਕੁੜੀ। ਮੇਰੇ ਤੋਂ ਇਲਾਵਾ ਮੇਰੇ ਪੇਰੈਂਟਸ ਦੇ ਕੋਈ ਹੋਰ ਔਲਾਦ ਨਹੀਂ ਸੀ। ਮੇਰੇ ਪੇਰੈਂਟਸ ਇਸ ਗੱਲ 'ਤੇ ਨਾਰਾਜ਼ ਨਹੀਂ ਸੀ, ਜਦ ਕਿ ਉਹ ਤਾਂ ਲੋਕਾਂ ਨੂੰ ਵੀ ਇਹੀ ਜਵਾਬ ਦਿੰਦੇ ਸੀ ਕਿ ਜੇ ਕੁੜੀਆਂ ਨੂੰ ਆਜ਼ਾਦੀ ਦਿੱਤੀ ਜਾਵੇ ਤਾਂ ਉਹ ਇੱਕ ਨਾ ਇੱਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਛੋਹ ਲੈਂਦੀਆਂ ਅਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰ ਦਿੰਦੀਆਂ। ਮੈਂ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਜਨਮ ਲਿਆ ਸੀ। ਮੇਰੇ ਪਾਪਾ ਇੱਕ ਮਾਮੂਲੀ ਜਿਹੇ ਇਲੈਕਟ੍ਰੀਸ਼ੀਅਨ ਸੀ। ਮਿਹਨਤ ਮਜ਼ਦੂਰੀ ਨਾਲ ਉਹ ਗੁਜ਼ਾਰਾ ਕਰ ਰਹੇ ਸੀ। ਮੇਰੇ ਪਾਪਾ ਨੇ ਸ਼ੁਰੂ ਤੋਂ ਹੀ ਮੈਨੂੰ ਵਧੀਆ ਸਕੂਲ 'ਚ ਪੜ੍ਹਾਇਆ ਅਤੇ ਵੱਡੀ ਹੋ ਕੇ ਉਹਨਾਂ ਦੀ ਬੇਟੀ ਬਹੁਤ ਸਮਝਦਾਰ ਹੋ ਗਈ ਸੀ। ਜਿਸ ਬੇਟੀ ਨੂੰ ਉਹਨਾਂ ਨੇ ਬਚਪਨ ਤੋਂ ਹੀ ਫੁੱਲਾਂ ਦੀ ਤਰ੍ਹਾਂ ਪਾਲਿਆ ਸੀ, ਹੁਣ ਮੈਂ ਉਹਨਾਂ ਦਾ ਖਿਆਲ ਰੱਖਣਾ ਚਾਹੁੰਦੀ ਸੀ। ਮੈਂ ਜੌਬ ਕਰਨੀ ਸੀ। 1-2 ਜਗ੍ਹਾ 'ਤੇ ਮੈਂ ਰਿਜ਼ਿਊਮ ਅਤੇ ਇੰਟਰਵਿਊ ਦਿੱਤੀ ਸੀ। ਮੇਰੀ ਚੰਗੀ ਕੁਆਲੀਫਿਕੇਸ਼ਨ ਦੇਖ ਕੇ ਮੈਨੂੰ ਇੱਕ ਵਧੀਆ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਮਿਲ ਗਈ। ਮੇਰੀ ਸੈਲਰੀ ਤਾਂ ਮਾਮੂਲੀ ਜੀ ਸੀ ਕਿਉਂਕਿ ਇਹ ਮੇਰੀ ਸ਼ੁਰੂਆਤ ਸੀ। ਮੇਰਾ ਧਿਆਨ ਹਮੇਸ਼ਾ ਆਪਣੇ ਕੰਮ 'ਚ ਲੱਗਿਆ ਰਹਿੰਦਾ ਸੀ। ਜਿਸ ਦਿਨ ਤੋਂ ਮੈਂ ਆਪਣੀ ਜੌਬ ਜੁਆਇਨ ਕੀਤੀ ਸੀ, ਮੈਂ ਆਪਣਾ ਸਭ ਕੁਝ ਦਿਲ ਤੋਂ ਕੰਪਨੀ ਦੇ ਹਵਾਲੇ ਕਰ ਦਿੱਤਾ ਸੀ। ਸ਼ੁਰੂ ਤੋਂ ਹੀ ਮੈਂ ਆਪਣੀ ਪੜ੍ਹਾਈ ਲਈ ਬਹੁਤ ਸੀਰੀਅਸ ਸੀ। ਜਦੋਂ ਮੇਰੀ ਸਟੱਡੀ ਕੰਪਲੀਟ ਹੋ ਗਈ ਅਤੇ ਜਦੋਂ ਮੈਂ ਆਫਿਸ ਜੁਆਇਨ ਕੀਤਾ ਤਾਂ ਮੈਂ ਆਪਣੇ ਕੰਮ ਦੇ ਲਈ ਵੀ ਬਹੁਤ ਸੀਰੀਅਸ ਰਹਿਣ ਲੱਗ ਗਈ ਸੀ। ਮੇਰੇ ਪੇਰੈਂਟਸ ਵੀ ਹਮੇਸ਼ਾ ਇਹੀ ਕਹਿੰਦੇ ਸੀ ਕਿ ਮੈਂ ਜੋ ਵੀ ਕੰਮ ਕਰਦੀ ਹਾਂ ਪੂਰੇ ਦਿਲ ਨਾਲ ਕਰਦੀ ਹਾਂ। ਆਫਿਸ ਦੇ ਬੌਸ ਵੀ ਬਹੁਤ ਚੰਗੇ ਸੀ। ਮੈਨੂੰ ਉੱਥੇ ਕੰਮ ਕਰਦੇ ਹੋਏ 4 ਮਹੀਨੇ ਹੋ ਗਏ, ਪਰ ਅਜੇ ਵੀ ਮੈਨੂੰ ਹਰ ਕੰਮ ਲਈ ਐਪਰੀਸ਼ੀਏਟ ਕਰਦੇ ਸੀ। ਉਹ ਮੇਰੀ ਬਹੁਤ ਤਾਰੀਫ ਕਰਦੇ। ਮੇਰੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਕੰਮ ਕਰਦੇ ਸੀ। ਮੈਂ ਇੱਕ ਮਾਮੂਲੀ ਜਿਹੀ ਇੰਪਲਾਇਰ ਸੀ, ਪਰ ਮੈਂ ਚਾਹੁੰਦੀ ਸੀ ਕਿ ਆਪਣੇ ਕੰਮ ਨੂੰ ਬਹੁਤ ਅੱਗੇ ਲੈ ਕੇ ਜਾਵਾਂ ਅਤੇ ਮੈਂ ਆਪਣੀ ਕੋਸ਼ਿਸ਼ ਵਿੱਚ ਕਾਮਯਾਬੀ ਹੁੰਦੀ ਸੀ। ਫਿਰ ਬੌਸ ਮੇਰੇ ਤੋਂ ਹਰ ਕੰਮ ਵਿੱਚ ਐਡਵਾਈਸ ਲੈਣ ਲੱਗ ਗਏ ਸੀ। ਉਹਨਾਂ ਨੇ ਮੈਨੂੰ ਆਫਿਸ ਦੀ ਸੀਨੀਅਰ ਬਣਾ ਦਿੱਤਾ। ਜਦੋਂ ਮੈਂ ਇਹ ਖਬਰ ਆਪਣੇ ਪੇਰੈਂਟਸ ਨੂੰ ਦੱਸੀ ਤਾਂ ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ ਸੀ। ਆਖਿਰਕਾਰ ਬਚਪਨ ਤੋਂ ਲੈ ਕੇ ਮੇਰੇ ਪਾਪਾ ਨੇ ਮੇਰਾ ਬਹੁਤ ਖਿਆਲ ਰੱਖਿਆ ਸੀ। ਮੇਰੀ ਹਰ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਖੁਆਇਸ਼ ਮੇਰੇ ਮੂੰਹ 'ਚੋਂ ਨਿਕਲਣ ਤੋਂ ਪਹਿਲਾਂ ਪੂਰੀ ਕੀਤੀ ਸੀ। ਉਹਨਾਂ ਨੇ ਮੈਨੂੰ ਹਮੇਸ਼ਾ ਕੰਫਰਟੇਬਲ ਲਾਈਫ ਦਿੱਤੀ ਸੀ ਅਤੇ ਹੁਣ ਮੈਂ ਉਹਨਾਂ ਨੂੰ ਕੰਫਰਟੇਬਲ ਲਾਈਫ ਦੇਣਾ ਚਾਹੁੰਦੀ ਸੀ।
ਮੈਂ ਚਾਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਹੋਵੇ। ਅਸੀਂ ਛੋਟੇ ਜਿਹੇ ਘਰ 'ਚ ਰਹਿੰਦੇ ਸੀ। ਮੈਂ ਆਪਣੇ ਪੇਰੈਂਟਸ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਇਸ ਛੋਟੇ ਜਿਹੇ ਘਰ ਵਿੱਚ ਨਹੀਂ ਬਲਕਿ ਬਹੁਤ ਵੱਡੇ ਘਰ ਵਿੱਚ ਰਵਾਂਗੇ। ਮੈਂ ਆਪਣੇ ਪਾਪਾ ਨੂੰ ਕਹਿੰਦੀ ਸੀ ਕਿ ਮੈਂ ਤੁਹਾਨੂੰ ਬਹੁਤ ਵੱਡੀ ਗੱਡੀ ਲੈ ਕੇ ਦੇਵਾਂਗੀ, ਫਿਰ ਤੁਸੀਂ ਉਹ ਗੱਡੀ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲਿਆ ਕਰੋਗੇ ਤਾਂ ਲੋਕ ਤੁਹਾਨੂੰ ਦੇਖਦੇ ਰਹਿ ਜਾਇਆ ਕਰਨਗੇ। ਮੇਰੇ ਮੰਮੀ ਪਾਪਾ ਮੇਰੀ ਇਸ ਗੱਲ 'ਤੇ ਬਹੁਤ ਹੀ ਹੱਸਦੇ ਕਿ ਮੈਨੂੰ ਬਹੁਤ ਆਸ਼ੀਰਵਾਦ ਦਿੰਦੇ ਕਿ ਇੱਕ ਨਾ ਇੱਕ ਦਿਨ ਰੱਬ ਤੈਨੂੰ ਜ਼ਰੂਰ ਕਾਮਯਾਬ ਕਰੇਗਾ। ਮੇਰੇ ਪੇਰੈਂਟਸ ਦੇ ਆਸ਼ੀਰਵਾਦ ਦੇ ਸਦਕਾ ਹੀ ਮੈਨੂੰ ਥੋੜ੍ਹੇ ਹੀ ਟਾਈਮ ਦੇ ਵਿੱਚ ਮਾਮੂਲੀ ਇੰਪਲੋਇਰ ਤੋਂ ਡਾਇਰੈਕਟਲੀ ਕੰਪਨੀ ਦੀ ਮੈਨੇਜਰ ਬਣਾ ਦਿੱਤਾ। ਮੇਰੀ ਸੈਲਰੀ ਵੀ ਵੱਧ ਗਈ, ਮੈਂ ਗੱਡੀ ਵੀ ਖਰੀਦ ਲਈ ਅਤੇ ਵੱਡਾ ਸਾਰਾ ਘਰ ਵੀ ਲੈ ਲਿਆ। ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਪੂਰੇ 1 ਸਾਲ ਵਿੱਚ ਮੈਂ ਕਿਤੋਂ ਦੀ ਕਿਤੇ ਪਹੁੰਚ ਗਈ। ਆਖਰਕਾਰ ਇਸ ਸਭ ਲਈ ਮੈਂ ਬਹੁਤ ਮਿਹਨਤ ਕੀਤੀ ਸੀ। ਮੈਂ ਨਾ ਤਾਂ ਕਿਸੇ ਨਾਲ ਜ਼ਿਆਦਾ ਗੱਲਬਾਤ ਕਰਦੀ ਸੀ, ਨਾ ਹੀ ਫ਼ੋਨ ਇਸਤੇਮਾਲ ਕਰਦੀ ਸੀ। ਮੈਂ ਨਾ ਹੀ ਜ਼ਿਆਦਾ ਲੋਕਾਂ ਨਾਲ ਦੋਸਤੀ ਰੱਖਦੀ ਸੀ ਅਤੇ ਨਾ ਹੀ ਕਿਸੇ ਨਾਲ ਬਾਹਰ ਘੁੰਮਣ ਫਿਰਨ ਜਾਂਦੀ ਸੀ। ਮੇਰੇ ਕੋਲ ਇੰਨੀ ਫੁਰਸਤ ਹੀ ਨਹੀਂ ਸੀ ਕਿ ਮੈਂ ਆਪਣੇ ਪੇਰੈਂਟਸ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਸਕਾਂ। ਨਾ ਹੀ ਮੈਂ ਆਪਣਾ ਕੋਈ ਫੈਮਿਲੀ ਫੰਕਸ਼ਨ ਇੰਜੋਏ ਕਰਦੀ ਸੀ। ਮੈਂ ਪੂਰੀ ਤਰ੍ਹਾਂ ਕੰਪਨੀ ਦੇ ਕੰਮ 'ਚ ਇਨਵੋਲਵ ਹੋ ਕੇ ਰਹਿ ਗਈ। ਪੂਰੀ ਕੰਪਨੀ 'ਚ ਮੇਰਾ ਹੀ ਨਾਮ ਹੁੰਦਾ ਸੀ। ਕੰਪਨੀ ਦੇ ਸਾਰੇ ਲੋਕ ਮੇਰੇ ਵੱਲ ਵੇਖ ਕੇ ਹੈਰਾਨ ਹੁੰਦੇ ਸੀ ਕਿ ਸਾਡੇ ਤੋਂ ਪਿੱਛੇ ਆਈ ਆ ਅਤੇ ਕਿੰਨੀ ਕਾਮਯਾਬ ਹੋ ਗਈ। ਮੇਰਾ ਪੂਰਾ 1 ਸਾਲ ਬਹੁਤ ਚੰਗਾ ਰਿਹਾ ਕਿਉਂਕਿ ਕੰਪਨੀ 'ਚ ਸਾਰੇ ਮੇਰੀ ਬਹੁਤ ਇੱਜ਼ਤ ਕਰਦੇ ਸੀ। ਜਦੋਂ ਮੀਟਿੰਗ ਹੁੰਦੀ ਸੀ ਤਾਂ ਮੈਂ ਵਧੀਆ ਐਡਵਾਈਸ ਦਿੰਦੀ ਸੀ। ਮੇਰੀ ਐਡਵਾਈਸ ਹਰ ਵਾਰ ਕੰਪਨੀ ਦੇ ਪ੍ਰੋਜੈਕਟ ਵਿੱਚ ਵਧੀਆ ਕੰਮ ਆਉਂਦੀ ਸੀ। ਸਾਡੀ ਕੰਪਨੀ ਦੇ 2 ਇੰਪਲਾਈ ਸੀ, ਸੁਨੀਲ ਅਤੇ ਵਿਕਾਸ, ਜੋ ਹਰ ਸਮੇਂ ਮੇਰੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦੇ ਸੀ, ਪਰ ਮੈਂ ਉਹਨਾਂ ਤੋਂ ਦੂਰ ਭੱਜਦੀ। ਜਦੋਂ ਉਹ ਲੋਕ ਮੇਰੇ ਨਾਲ ਗੱਲ ਕਰਦੇ ਸੀ ਤਾਂ ਮੈਂ ਸਿਰਫ ਹਾਂ ਜਾਂ ਨਾ ਵਿੱਚ ਜਵਾਬ ਦਿੰਦੀ ਸੀ ਕਿਉਂਕਿ ਮੈਨੂੰ ਕਿਸੇ ਨਾਲ ਜ਼ਿਆਦਾ ਗੱਲ ਕਰਨ ਦੀ ਆਦਤ ਨਹੀਂ ਸੀ। ਮੈਂ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦੀ ਸੀ। ਜਦੋਂ ਮੈਂ ਮਾਰਨਿੰਗ ਆਫਿਸ ਜਾਂਦੀ ਸੀ ਤਾਂ ਉਹਨਾਂ ਦੋਹਾਂ ਦੀ ਵੀ ਸੇਮ ਟਾਈਮਿੰਗ ਸੀ। ਕਈ ਵਾਰ ਮੇਰੀ ਮੁਲਾਕਾਤ ਉਹਨਾਂ ਨਾਲ ਬਿਲਡਿੰਗ ਦੀ ਲਿਫਟ 'ਚ ਹੋ ਜਾਂਦੀ ਕਿਉਂਕਿ ਬਿਲਡਿੰਗ ਬਹੁਤ ਵੱਡੀ ਸੀ। ਬਿਲਡਿੰਗ ਦੇ ਅਲੱਗ-ਅਲੱਗ ਪੋਰਸ਼ਨ ਵਿੱਚ ਅਲੱਗ-ਅਲੱਗ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਹ ਦੋਨੋਂ ਹੁਣ ਮੇਰੇ ਜੂਨੀਅਰ ਸੀ, ਪਰ ਪਹਿਲਾਂ ਮੈਂ ਉਹਨਾਂ ਦੇ ਨਾਲ ਕੰਮ ਕਰਦੀ ਸੀ। ਉਹ ਦੋਨੋਂ ਗੂੜ੍ਹੇ ਦੋਸਤ ਸੀ। ਮੇਰੇ ਹੱਥ ਵਿੱਚ ਹਮੇਸ਼ਾ ਕੋਈ ਨਾ ਕੋਈ ਫਾਈਲ ਹੁੰਦੀ ਸੀ ਅਤੇ ਮੈਂ ਉਸ ਨੂੰ ਰੀਡ ਕਰ ਰਹੀ ਹੁੰਦੀ ਸੀ। ਆਫਿਸ ਵਿੱਚ ਵੀ ਮੇਰੀ ਐਂਟਰੀ ਕੁਝ ਇਸੇ ਤਰ੍ਹਾਂ ਹੀ ਹੁੰਦੀ ਸੀ। ਜਦੋਂ ਮੈਂ ਲਿਫਟ ਵਿੱਚ ਐਂਟਰ ਕਰਦੀ ਸੀ ਤਾਂ ਮੈਂ ਇਹ ਧਿਆਨ ਨਹੀਂ ਦਿੰਦੀ ਸੀ ਕਿ ਲਿਫਟ 'ਚ ਕੌਣ ਆ ਜਾਂ ਕੌਣ ਨਹੀਂ। ਉਹ ਦੋਨੋਂ ਜ਼ਿਆਦਾਤਰ ਮੇਰੇ ਨਾਲ ਹੀ ਲਿਫਟ ਵਿੱਚ ਐਂਟਰ ਕਰਦੇ ਸੀ ਜਾਂ ਮੇਰੇ ਤੋਂ ਪਹਿਲਾਂ ਹੀ ਲਿਫਟ ਵਿੱਚ ਮੌਜੂਦ ਹੁੰਦੇ ਸੀ। ਮੇਰਾ ਕੈਬਿਨ ਫਲੋਰ ਨੰਬਰ 4 ਵਿੱਚ ਬਣਿਆ ਹੋਇਆ ਸੀ, ਜਦ ਕਿ ਕੁਝ ਇੰਪਲਾਇਰ ਫਲੋਰ ਨੰਬਰ 3 'ਚ ਕੰਮ ਕਰਦੇ ਸੀ। ਉਹ ਦੋਨੋਂ ਕਈ ਵਾਰ ਮੇਰੇ ਨਾਲ ਆਫਿਸ ਦੀ ਮੀਟਿੰਗ ਵਿੱਚ ਵੀ ਹੁੰਦੇ, ਪਰ ਮੈਂ ਦੇਖਿਆ ਸੀ ਕਿ ਉਹ ਹਰ ਵਾਰ ਕੋਈ ਚੰਗੀ ਐਡਵਾਈਸ ਨਹੀਂ ਦਿੰਦੇ ਸੀ। ਸਾਡੀ ਕੰਸਟਰਕਸ਼ਨ ਕੰਪਨੀ ਨੂੰ ਮਾਲ ਬਣਾਉਣ ਦੇ ਲਈ ਸਿਲੈਕਟ ਕੀਤਾ ਗਿਆ। ਇਸ ਦੇ ਲਈ ਮੀਟਿੰਗ ਰੱਖੀ ਗਈ। ਸਾਡੀ ਕੰਪਨੀ ਅਤੇ ਉਸ ਟੀਮ ਨੇ ਇਸ ਕੰਮ ਨੂੰ 5 ਸਾਲ ਵਿੱਚ ਕੰਪਲੀਟ ਕਰਨਾ ਸੀ। ਜਦੋਂ ਮੀਟਿੰਗ 'ਚ ਸਾਨੂੰ ਇਸ ਕੰਮ ਲਈ ਸਮਝਾ ਦਿੱਤਾ ਗਿਆ ਤਾਂ ਉਹਨਾਂ ਦੋਹਾਂ ਮੁੰਡਿਆਂ ਵਿੱਚੋਂ ਵਿਕਾਸ ਬੋਲਿਆ, ਸਰ, ਮਾਲ ਬਹੁਤ ਵੱਡਾ ਹੈ, ਬਹੁਤ ਵੱਡੇ ਬਿਜ਼ਨਸ ਇਸ ਵਿੱਚ ਕੰਮ ਕਰ ਰਹੇ ਆ। ਮੈਨੂੰ ਨਹੀਂ ਲੱਗਦਾ ਕਿ ਇਹ ਕੰਸਟਰਕਸ਼ਨ 5 ਸਾਲ ਵਿੱਚ ਕੰਪਲੀਟ ਹੋ ਜਾਵੇਗਾ। ਆਈ ਥਿੰਕ ਸਾਨੂੰ 5 ਸਾਲ ਦੀ ਥਾਂ 7 ਸਾਲ ਦਾ ਸਮਾਂ ਲੈਣਾ ਚਾਹੀਦਾ। ਫਿਰ ਬੌਸ ਨੇ ਕਿਹਾ ਕਿ ਅਸੀਂ ਇੰਪੋਸੀਬਲ ਨੂੰ ਪੋਸੀਬਲ ਕਰਕੇ ਦਿਖਾਉਣਾ। ਅਸੀਂ ਤਾਂ ਚਾਹੁੰਦੇ ਹਾਂ ਕਿ ਇਸ ਕੰਮ ਨੂੰ 5 ਸਾਲ ਤੋਂ ਵੀ ਘੱਟ ਸਮੇਂ ਵਿੱਚ ਕਰ ਦੇਈਏ ਅਤੇ ਤੂੰ ਐਡਵਾਈਸ ਦੇ ਰਿਹਾ ਕਿ ਇਸ ਕੰਮ ਲਈ 5 ਸਾਲ ਤੋਂ ਵੀ ਵੱਧ ਸਮਾਂ ਲੱਗੇਗਾ। ਮੈਨੂੰ ਤੇਰੀ ਐਡਵਾਈਸ ਕੋਈ ਜ਼ਿਆਦਾ ਪਸੰਦ ਨਹੀਂ ਆਈ। ਬੌਸ ਨੇ ਬਾਕੀ ਲੋਕਾਂ ਨੂੰ ਵੀ ਕਿਹਾ ਕਿ ਤੁਹਾਨੂੰ ਇਸ ਦੀ ਐਡਵਾਈਸ ਕਿਵੇਂ ਲੱਗੀ। ਫਿਰ ਮੈਂ ਹੱਥ ਖੜ੍ਹਾ ਕਰਕੇ ਕਿਹਾ, ਸਰ, ਮੈਂ ਇਸ ਪ੍ਰੋਜੈਕਟ ਨੂੰ 3 ਸਾਲ ਵਿੱਚ ਕੰਪਲੀਟ ਕਰ ਸਕਦੀ ਹਾਂ। ਮੇਰੀ ਗੱਲ ਸੁਣ ਕੇ ਸਾਰੇ ਦੰਗ ਰਹਿ ਗਏ। ਬੌਸ ਨੇ ਵੀ ਮੈਨੂੰ ਹੈਰਾਨੀ ਨਾਲ ਦੇਖਿਆ ਅਤੇ ਮੈਨੂੰ ਕਹਿਣ ਲੱਗੇ, ਮਿਸ ਪ੍ਰੀਤੀ, ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਨਹੀਂ ਆ। ਇਸ ਪ੍ਰੋਜੈਕਟ ਨਾਲ ਸਾਡੀ ਕੰਪਨੀ ਦੀ ਰੈਪੂਟੇਸ਼ਨ ਜੁੜੀ ਹੋਈ ਆ। ਇਹ ਤਾਂ ਸਾਡੀ ਖੁਸ਼ਕਿਸਮਤੀ ਆ ਜੋ ਸਾਡੀ ਕੰਪਨੀ ਨੂੰ ਇਸ ਕੰਮ ਲਈ ਸਿਲੈਕਟ ਕੀਤਾ ਗਿਆ। ਇਸ ਲਈ ਮੈਂ ਨਹੀਂ ਚਾਹੁੰਦਾ ਕਿ ਆਪਣੀ ਕੰਪਨੀ ਦਾ ਨਾਮ ਖਰਾਬ ਹੋਵੇ। ਫਿਰ ਵਿਕਾਸ ਬੋਲਿਆ, ਸਰ, ਸਾਰੇ ਇਸ ਲਈ ਤਾਂ ਮੈਂ ਤੁਹਾਨੂੰ ਐਡਵਾਈਸ ਦੇ ਰਿਹਾ। ਇਹ ਕੰਮ 5 ਸਾਲ ਵਿੱਚ ਪੋਸੀਬਲ ਨਹੀਂ ਅਤੇ ਫਿਰ 3 ਸਾਲ ਵਿੱਚ ਪੋਸੀਬਲ ਕਿਵੇਂ ਹੋ ਸਕਦਾ? ਤੁਸੀਂ ਜਾਣਦੇ ਹੋ ਕਿ ਬਿਲਡਿੰਗ ਦੀ ਡਿਜ਼ਾਈਨਿੰਗ ਵੀ 3-4 ਮਹੀਨਿਆਂ 'ਚ ਬਣ ਕੇ ਤਿਆਰ ਹੋਵੇਗੀ। ਫਿਰ ਮੈਂ ਕਿਹਾ, ਸਰ, ਮੈਂ ਡਿਜ਼ਾਈਨਿੰਗ ਵੀ ਖੁਦ ਤਿਆਰ ਕਰ ਲਵਾਂਗੀ। ਮੈਂ ਇਸ ਕੰਮ ਨੂੰ 3 ਸਾਲ ਵਿੱਚ ਕੰਪਲੀਟ ਕਰਕੇ ਦਿਖਾਵਾਂਗੀ। ਤੁਸੀਂ ਮੇਰੇ 'ਤੇ ਇੱਕ ਵਾਰ ਭਰੋਸਾ ਕਰਕੇ ਦੇਖੋ। ਬੌਸ ਨੇ ਕਿਹਾ, ਦੈਟਸ ਗ੍ਰੇਟ।
ਜੇ ਤੂੰ ਇੰਨੇ ਕੌਨਫੀਡੈਂਸ ਨਾਲ ਕਹਿ ਰਹੀ ਆ ਤਾਂ ਫਿਰ ਤੇਰੇ 'ਤੇ ਭਰੋਸਾ ਕਰਕੇ ਦੇਖ ਲੈਂਦੇ ਆ। ਵੈਸੇ ਵੀ ਤੇਰੇ ਤੋਂ ਜ਼ਿਆਦਾ ਟੈਲੈਂਟਡ ਇਸ ਕੰਪਨੀ ਵਿੱਚ ਕੋਈ ਹੋਰ ਨਹੀਂ। ਬੌਸ ਨੇ ਇਹ ਪ੍ਰੋਜੈਕਟ ਮੇਰੇ ਹਵਾਲੇ ਕਰ ਦਿੱਤਾ। ਵਿਕਾਸ ਨੂੰ ਇਸ ਗੱਲ 'ਤੇ ਬਹੁਤ ਗੁੱਸਾ ਆਇਆ ਕਿਉਂਕਿ ਉਸ ਦਾ ਮੂੰਹ ਲਟਕ ਗਿਆ ਸੀ। ਉਹ ਇਹ ਪ੍ਰੋਜੈਕਟ ਖੁਦ ਕਰਨਾ ਚਾਹੁੰਦਾ ਸੀ ਪਰ ਉਸ ਕੋਲ ਕੋਈ ਚੰਗਾ ਆਈਡੀਆ ਨਹੀਂ ਸੀ। ਉਸ ਨੂੰ ਮੌਕਾ ਨਹੀਂ ਮਿਲਿਆ ਸੀ। ਮੈਨੂੰ ਸਾਰੇ ਵਧਾਈਆਂ ਦੇ ਰਹੇ ਸੀ। ਮੈਨੂੰ ਇੰਨਾ ਵੱਡਾ ਕੰਸਟਰਕਸ਼ਨ ਪ੍ਰੋਜੈਕਟ ਪਹਿਲੀ ਵਾਰ ਮਿਲਿਆ ਸੀ ਜਿਸ ਨੂੰ ਕਰਕੇ ਮੈਂ ਕਾਮਯਾਬ ਹੋ ਸਕਦੀ ਸੀ। ਮੈਂ ਨਹੀਂ ਜਾਣਦੀ ਸੀ ਕਿ ਮੈਂ ਸਭ ਕੁਝ ਕਿਵੇਂ ਕਰਾਂਗੀ ਪਰ ਮੈਨੂੰ ਆਪਣੇ ਆਪ 'ਤੇ ਭਰੋਸਾ ਸੀ ਅਤੇ ਮੈਂ ਸਭ ਕੁਝ ਕਰ ਲਵਾਂਗੀ। ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਮੈਨੂੰ ਇਸ ਕਾਬਲ ਸਮਝਿਆ ਗਿਆ ਜੋ ਇਹ ਕੰਮ ਮੈਨੂੰ ਸੌਂਪਿਆ ਗਿਆ ਸੀ। ਹੁਣ ਵੀ ਉਹ ਦੋਨੋਂ ਮੈਨੂੰ ਲਿਫਟ 'ਚ ਹੀ ਮਿਲਦੇ। ਸ਼ਾਇਦ ਉਹ ਮੇਰੇ ਬਾਰੇ ਕੁਝ ਗੱਲਾਂ ਕਰਦੇ ਸੀ ਪਰ ਮੈਂ ਕਦੇ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਸੀ। ਉਸ ਦਿਨ ਅਸੀਂ ਲਿਫਟ ਵਿੱਚ ਤਿੰਨੇ ਹੀ ਸੀ। ਸਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਉਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਕੰਪਨੀ 'ਚ ਕੰਮ ਕਰਦੇ ਹੋਏ 2.5 ਸਾਲ ਹੋ ਗਏ ਪਰ ਤੂੰ ਇੰਨੀ ਜਲਦੀ ਕਿਵੇਂ ਕਾਮਯਾਬ ਹੋ ਗਈ? ਤੂੰ ਕੀ ਜਾਦੂ ਕਰਦੀ ਆ? ਤੂੰ ਮਾਮੂਲੀ ਜਿਹੀ ਇੰਪਲੋਇਰ ਤੋਂ ਇੰਨੀ ਵੱਡੀ ਮੈਨੇਜਰ ਕਿਵੇਂ ਬਣ ਗਈ? ਮੈਂ ਕਿਹਾ ਮੈਂ ਕੋਈ ਜਾਦੂ ਨਹੀਂ ਕਰਦੀ, ਮੈਂ ਮਿਹਨਤ ਕਰਦੀ ਹਾਂ। ਤੁਸੀਂ ਵੀ ਮੇਰੀ ਤਰ੍ਹਾਂ ਮਿਹਨਤ ਕਰੋ ਤਾਂ ਕਾਮਯਾਬ ਹੋ ਜਾਓਗੇ। ਅਗਲੇ ਦਿਨ ਵੀ ਜਦੋਂ ਮੈਂ ਲਿਫਟ ਵਿੱਚ ਐਂਟਰੀ ਕੀਤੀ ਤਾਂ ਉਹ ਦੋਨੋਂ ਲਿਫਟ ਵਿੱਚ ਮੌਜੂਦ ਸੀ। ਉਹ ਅੱਜ ਵੀ ਮੇਰੇ ਬਾਰੇ ਘੁਸਰ ਫੁਸਰ ਕਰ ਰਹੇ ਸੀ ਪਰ ਮੇਰਾ ਸਾਰਾ ਧਿਆਨ ਆਪਣੀ ਫਾਈਲ 'ਤੇ ਸੀ ਅਤੇ ਮੈਂ ਫਲੋਰ ਨੰਬਰ 5 'ਤੇ ਜਾਣਾ ਸੀ। ਮੈਂ ਬਟਨ ਪ੍ਰੈਸ ਕਰ ਚੁੱਕੀ ਸੀ। ਲਗਭਗ 14-15 ਸਕਿੰਟ ਗੁਜ਼ਰੇ ਸੀ ਕਿ ਲਿਫਟ ਖੜ ਦੀ ਆਵਾਜ਼ ਕਰਨ ਲੱਗੀ। ਮੇਰੀ ਬਹੁਤ ਇੰਪੋਰਟੈਂਟ ਮੀਟਿੰਗ ਸੀ। ਮੈਂ ਜਲਦ ਤੋਂ ਜਲਦ ਆਪਣੇ ਕੈਬਿਨ ਵਿੱਚ ਜਾ ਕੇ ਸਭ ਨੂੰ ਇਨਫੋਰਮ ਕਰਨਾ ਸੀ। ਮੈਂ ਖੜ ਦੀ ਆਵਾਜ਼ ਤੋਂ ਬਹੁਤ ਪਰੇਸ਼ਾਨ ਹੋ ਗਈ। ਮੈਂ ਆਪਣੀ ਫਾਈਲ ਬੰਦ ਕਰ ਦਿੱਤੀ ਅਤੇ ਕਿਹਾ ਇਹ ਲਿਫਟ ਆਵਾਜ਼ ਕਿਉਂ ਕਰ ਰਹੀ ਆ? ਉਹ ਦੋਨੋਂ ਕਹਿਣ ਲੱਗੇ ਕੀ ਹੋਇਆ ਪ੍ਰੀਤੀ, ਤੂੰ ਘਬਰਾ ਕਿਉਂ ਰਹੀ ਆ? ਮੈਂ ਕਿਹਾ ਇਹ ਲਿਫਟ ਨੂੰ ਕੀ ਹੋ ਰਿਹਾ? ਮੈਂ ਦਰਵਾਜ਼ੇ ਵੱਲ ਦੇਖਣ ਲੱਗੀ ਤਾਂ ਉਸ 'ਤੇ ਸਾਫ਼-ਸਾਫ਼ ਲਿਖਿਆ ਸੀ ਕਿ ਇਹ ਫਲੋਰ ਨੰਬਰ 3 ਆ। ਮੈਂ ਪਰੇਸ਼ਾਨ ਹੋ ਰਹੀ ਸੀ ਕਿ ਇਹ ਕੀ ਹੋ ਰਿਹਾ। ਅਜੇ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਲਿਫਟ ਬੰਦ ਹੋ ਗਈ। ਮੈਂ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਲਿਫਟ ਫਸ ਚੁੱਕੀ ਸੀ। ਮੈਂ ਬਾਹਰ ਨਿਕਲਣ ਦੇ ਲਈ ਇੱਧਰ ਉੱਧਰ ਹੱਥ ਪੈਰ ਮਾਰ ਰਹੀ ਸੀ। ਫਿਰ ਮੇਰੀ ਨਜ਼ਰ ਵਿਕਾਸ ਅਤੇ ਸੁਨੀਲ 'ਤੇ ਗਈ। ਉਹ ਬਿਲਕੁਲ ਬੇਫਿਕਰ ਹੋ ਕੇ ਖੜ੍ਹੇ ਸੀ। ਉਹਨਾਂ 'ਤੇ ਲਿਫਟ ਬੰਦ ਹੋਣ ਦਾ ਕੋਈ ਅਸਰ ਹੀ ਨਹੀਂ ਸੀ। ਉਹਨਾਂ ਨੇ ਜੋ ਮੈਨੂੰ ਕਿਹਾ ਮੇਰੇ ਹੋਸ਼ ਉੱਡ ਗਏ। ਉਹਨਾਂ ਨੇ ਕਿਹਾ ਕਿ ਅੱਜ ਲਿਫਟ ਬੰਦ ਆ। ਤੂੰ ਬਾਹਰ ਸਾਈਨ ਬੋਰਡ ਲਿਖਿਆ ਨਹੀਂ ਪੜ੍ਹਿਆ? ਉਸ 'ਤੇ ਲਿਖਿਆ ਕਿ ਲਿਫਟ ਖਰਾਬ ਆ ਇਸ ਲਈ ਲੋਕ ਪੌੜੀਆਂ ਦਾ ਇਸਤੇਮਾਲ ਕਰ ਰਹੇ ਸੀ। ਤੂੰ ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਸਾਈਨ ਬੋਰਡ ਨਹੀਂ ਪੜ੍ਹ ਸਕੀ। ਮੈਂ ਉਹਨਾਂ ਨੂੰ ਕਿਹਾ ਜਦੋਂ ਤੁਸੀਂ ਸਾਈਨ ਬੋਰਡ ਪੜ੍ਹਿਆ ਸੀ ਫਿਰ ਤੁਸੀਂ ਲਿਫਟ 'ਚ ਕਿਉਂ ਆਏ? ਉਹ ਕਹਿਣ ਲੱਗੇ ਸਾਨੂੰ ਤਾਂ ਖਤਰਿਆਂ ਨਾਲ ਖੇਡਣ ਦਾ ਸ਼ੌਂਕ ਆ। ਇਹ ਕਹਿ ਕੇ ਦੋਨੋਂ ਤਾੜੀ ਵਜਾ ਕੇ ਹੱਸਣ ਲੱਗੇ। ਮੈਂ ਕਿਹਾ ਵਾਟਸ ਨੌਨਸੈਂਸ। ਮੈਂ ਉਹਨਾਂ ਦੀ ਗੱਲ ਸੁਣ ਕੇ ਪਾਗਲ ਹੋ ਗਈ। ਉਹ ਕਹਿ ਰਹੇ ਸੀ ਲਿਫਟ ਤਾਂ ਖਰਾਬ ਹੋਣੀ ਕੋਈ ਮਾਮੂਲੀ ਗੱਲ ਆ। ਸੱਚਮੁੱਚ ਲਿਫਟ ਦਾ ਖਰਾਬ ਹੋਣਾ ਮਾਮੂਲੀ ਗੱਲ ਸੀ ਕਿਉਂਕਿ ਠੀਕ ਵੀ ਹੋ ਸਕਦੀ ਸੀ ਪਰ ਕਿੰਨੀ ਦੇਰ 'ਚ? ਕਿਉਂਕਿ ਮੇਰੀ ਮੀਟਿੰਗ ਦਾ ਟਾਈਮ ਹੋ ਰਿਹਾ ਸੀ। ਸਭ ਨੇ ਸੋਚਣਾ ਸੀ ਕਿ ਮੈਂ ਅੱਜ ਆਫਿਸ ਨਹੀਂ ਆਈ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਲਿਫਟ ਵਿੱਚ ਫਸ ਚੁੱਕੀ ਹਾਂ। ਮੈਂ ਆਪਣੇ ਆਫਿਸ ਵਿੱਚ ਕਈ ਵਾਰ ਲੋਕਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਲਿਫਟ ਬੰਦ ਹੋਣ ਕਰਕੇ ਮੇਰੇ ਫੋਨ ਦਾ ਨੈਟਵਰਕ ਨਹੀਂ ਸੀ। ਮੈਂ ਉਹਨਾਂ ਨੂੰ ਕਿਹਾ ਜਦੋਂ ਮੈਂ ਲਿਫਟ ਦੇ ਅੰਦਰ ਆ ਰਹੀ ਸੀ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ? ਤੁਸੀਂ ਮੈਨੂੰ ਕਿਉਂ ਨਹੀਂ ਰੋਕਿਆ? ਮੇਰਾ ਤਾਂ ਧਿਆਨ ਆਪਣੀ ਫਾਈਲ 'ਚ ਸੀ ਇਸ ਲਈ ਮੈਂ ਸਾਈਨ ਬੋਰਡ ਨਹੀਂ ਪੜ੍ਹਿਆ। ਸੁਨੀਲ ਕਹਿਣ ਲੱਗਿਆ ਤੂੰ ਤਾਂ ਬਹੁਤ ਇੰਟੈਲੀਜੈਂਟ ਆ, ਤੈਨੂੰ ਤਾਂ ਸਭ ਕੁਝ ਸਮਝ ਆ ਜਾਂਦਾ। ਅਸੀਂ ਸੋਚਿਆ ਤੂੰ ਸਾਈਨ ਬੋਰਡ ਪੜ੍ਹ ਕੇ ਜਾਣ ਬੁੱਝ ਕੇ ਸਾਡੀ ਤਰ੍ਹਾਂ ਲਿਫਟ 'ਚ ਆਈ ਆ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਅਜਿਹਾ ਕਈ ਵਾਰ ਹੋ ਜਾਂਦਾ, ਇਸ ਵਿੱਚ ਸਾਡੀ ਕੋਈ ਗਲਤੀ ਨਹੀਂ। ਉਹ ਬਹੁਤ ਬੇਫਿਕਰ ਸੀ ਪਰ ਮੇਰਾ ਤਾਂ ਸਿਰ ਚਕਰਾ ਰਿਹਾ ਸੀ। ਉਸ ਸਮੇਂ ਮੈਂ ਸਮਝ ਨਹੀਂ ਸਕੀ ਕਿ ਉਹਨਾਂ ਦੋਹਾਂ ਨੇ ਮੇਰੇ ਨਾਲ ਚਾਲ ਚੱਲੀ ਆ। ਉਹਨਾਂ ਨੇ ਇਸ ਲਈ ਮੈਨੂੰ ਨਹੀਂ ਦੱਸਿਆ ਕਿ ਅਸੀਂ ਇਕੱਠੇ ਲਿਫਟ ਵਿੱਚ ਬੰਦ ਹੋ ਜਾਈਏ। ਉਹਨਾਂ ਨੇ ਦੱਸਿਆ ਕਿ ਲਿਫਟ ਠੀਕ ਹੋਣ ਵਿੱਚ 2 ਤੋਂ 3 ਘੰਟੇ ਲੱਗ ਸਕਦੇ ਆ। ਪਰ 2-3 ਘੰਟਿਆਂ ਬਾਰੇ ਸੋਚ ਕੇ ਇਸ ਛੋਟੀ ਜਿਹੀ ਲਿਫਟ 'ਚ ਬੰਦ ਰਹਿਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਸਾਹ ਬੰਦ ਹੋ ਜਾਵੇਗਾ। ਮੇਰੇ ਹੱਥ ਪੈਰ ਕੰਬਣ ਲੱਗ ਗਏ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਹੇਠਾਂ ਡਿੱਗ ਜਾਵਾਂਗੀ। ਮੈਨੂੰ ਅਫਸੋਸ ਹੋ ਰਿਹਾ ਸੀ ਕਿ ਮੈਂ ਸਾਈਨ ਬੋਰਡ ਕਿਉਂ ਨਹੀਂ ਦੇਖਿਆ। ਮੈਨੂੰ ਸੁਨੀਲ ਤੇ ਵਿਕਾਸ 'ਤੇ ਵੀ ਗੁੱਸਾ ਆ ਰਿਹਾ ਸੀ। ਉਸ ਸਾਈਨ ਬੋਰਡ ਦੇਖ ਕੇ ਲਿਫਟ ਦੇ ਅੰਦਰ ਕਿਉਂ ਆਏ? ਫਿਰ ਉਹ ਦੋਨੋਂ ਮੈਨੂੰ ਫਿਕਰ ਜਤਾਉਣ ਲੱਗੇ। ਮੇਰੇ ਕੋਲ ਆ ਕੇ ਬੈਠ ਗਏ ਅਤੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ ਪ੍ਰੀਤੀ ਤੂੰ ਇੰਨਾ ਕਿਉਂ ਘਬਰਾ ਰਹੀ ਆ? ਲਿਫਟ ਖਰਾਬ ਹੋਣਾ ਤਾਂ ਨੋਰਮਲ ਗੱਲ ਆ। ਬਸ ਥੋੜ੍ਹੀ ਦੇਰ 'ਚ ਲਿਫਟ ਠੀਕ ਹੋ ਜਾਵੇਗੀ। ਅਸੀਂ ਦੋਨੋਂ ਤੇਰੇ ਨਾਲ ਬੈਠੇ ਹਾਂ, ਡਰਨ ਦੀ ਕੋਈ ਜ਼ਰੂਰਤ ਨਹੀਂ।
ਮੈਂ ਬਹੁਤ ਘਬਰਾ ਰਹੀ ਸੀ। ਮੈਂ ਰੋਣ ਵਿੱਚ ਬਿਜੀ ਸੀ। ਫਿਰ ਮੈਨੂੰ ਉਹਨਾਂ ਦੇ ਹੱਥ ਆਪਣੇ ਮੋਢੇ ਤੋਂ ਆਪਣੀ ਕਮਰ ਤੱਕ ਆਉਂਦੇ ਹੋਏ ਮਹਿਸੂਸ ਹੋਏ। ਮੈਂ ਝਟਕੇ ਨਾਲ ਉਹਨਾਂ ਦੇ ਹੱਥ ਪਾਸੇ ਕੀਤੇ ਤੇ ਕਿਹਾ, ਤੁਸੀਂ ਇਹ ਕੀ ਹਰਕਤ ਕਰ ਰਹੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੇਰਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਹ ਕਹਿਣ ਲੱਗੇ, 2-3 ਘੰਟੇ ਲਿਫਟ ਬੰਦ ਰਹੇਗੀ। ਅਸੀਂ ਤਾਂ ਇਸ ਤਰ੍ਹਾਂ ਬੋਰ ਹੋ ਜਾਵਾਂਗੇ। ਜੇ ਇਸ ਤਰ੍ਹਾਂ ਬੈਠੇ ਰਹੇ ਤਾਂ ਘਬਰਾਹਟ ਵੀ ਹੋਵੇਗੀ। ਅੱਜ ਤੇਰੇ ਨਾਲ ਦੋਸਤੀ ਕਰਨ ਦਾ ਬਹੁਤ ਚੰਗਾ ਮੌਕਾ ਮਿਲ ਗਿਆ। ਵੈਸੇ ਤਾਂ ਤੂੰ ਹਰ ਸਮੇਂ ਆਪਣੇ ਕੰਮ 'ਚ ਬਿਜ਼ੀ ਰਹਿੰਦੀ ਆ, ਬਹੁਤ ਘਮੰਡੀ ਆ। ਅਸੀਂ ਤੇਰੇ ਨਾਲ ਬਹੁਤ ਵਾਰ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂੰ ਤਾਂ ਸਾਡੇ ਨਾਲ ਗੱਲ ਤੱਕ ਵੀ ਨਹੀਂ ਕਰਦੀ। ਕੰਪਨੀ 'ਚ ਅਜਿਹੀ ਕੋਈ ਕੁੜੀ ਨਹੀਂ ਜੋ ਸਾਡੇ 'ਤੇ ਨਾ ਮਰਦੀ ਹੋਵੇ, ਪਰ ਤੂੰ ਤਾਂ ਹਰ ਸਮੇਂ ਸਾਨੂੰ ਐਟੀਟਿਊਡ ਦਿਖਾਉਂਦੀ ਰਹਿੰਦੀ ਆ। ਇੱਕ ਗੱਲ ਦੱਸ, ਤੈਨੂੰ ਘਮੰਡ ਕਿਹੜੀ ਗੱਲ ਦਾ? ਜਿਸ ਦਿਨ ਦਾ ਤੂੰ ਇਸ ਕੰਪਨੀ 'ਚ ਕਦਮ ਰੱਖਿਆ, ਸਭ ਨੂੰ ਆਪਣਾ ਦੀਵਾਨਾ ਕਰ ਲਿਆ। ਤੂੰ ਬਹੁਤ ਸੋਹਣੀ ਆ, ਪਰ ਇੰਨੀ ਸਮਝਦਾਰ ਕਿਵੇਂ ਆ ਕਿ ਤੂੰ ਬੌਸ ਦਾ ਦਿਲ ਜਿੱਤ ਲਿਆ? ਅਸੀਂ ਕਿੰਨੇ ਟਾਈਮ ਤੋਂ ਇਸ ਆਫਿਸ ਵਿੱਚ ਕੰਮ ਕਰ ਰਹੇ ਹਾਂ, ਬੌਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੂੰ 1 ਸਾਲ ਵਿੱਚ ਹੀ ਸਾਨੂੰ ਸਭ ਨੂੰ ਪਿੱਛੇ ਸੁੱਟ ਦਿੱਤਾ। ਸਾਡੇ ਜੂਨੀਅਰ ਸਾਡਾ ਮਜ਼ਾਕ ਬਣਾਉਂਦੇ ਆ ਕਿ ਕੱਲ੍ਹ ਦੀ ਆਈ ਕੁੜੀ ਮੈਨੇਜਰ ਬਣ ਗਈ ਤੇ ਤੁਸੀਂ ਉੱਥੇ ਹੀ ਫਿਰਦੇ ਹੋ। ਬੌਸ ਨੇ ਤੈਨੂੰ ਪ੍ਰੋਜੈਕਟ ਕੀ ਦਿੱਤਾ? ਤੇਰੇ ਤਾਂ ਪਰ ਹੀ ਨਿਕਲ ਆਏ। ਅਸੀਂ ਵੀ ਦੇਖਦੇ ਹਾਂ ਕਿ ਤੂੰ ਬੌਸ ਨੂੰ ਇਹ ਪ੍ਰੋਜੈਕਟ ਕਿਵੇਂ ਕੰਪਲੀਟ ਕਰਕੇ ਦਿੰਨੀ ਆ। ਅੱਜ ਅਸੀਂ ਤੇਰੀ ਇੱਜ਼ਤ ਦੀਆਂ ਧੱਜੀਆਂ ਉਡਾ ਦੇਵਾਂਗੇ। ਤੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਵੇਂਗੀ। ਸ਼ਰਮਿੰਦਗੀ ਦੀ ਵਜ੍ਹਾ ਕਰਕੇ ਆਫਿਸ ਤਾਂ ਕੀ, ਤੂੰ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲੇਂਗੀ। ਮੈਂ ਉਹਨਾਂ ਦੇ ਅੰਦਾਜ਼ ਤੋਂ ਸਮਝ ਗਈ ਕਿ ਉਹ ਮੇਰੇ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਆ। ਉਹਨਾਂ ਨੂੰ ਮੇਰੇ ਨਾਲ ਜਲਣ ਆ ਕਿ ਮੈਂ ਇੰਨੀ ਕਾਮਯਾਬ ਕਿਵੇਂ ਹੋ ਗਈ। ਉਹ ਆਪਣੀ ਬਦਲੇ ਦੀ ਅੱਗ ਮੇਰੀ ਇੱਜ਼ਤ ਖਰਾਬ ਕਰਕੇ ਬੁਝਾਉਣਾ ਚਾਹੁੰਦੇ ਸੀ। ਮੈਂ ਬਹੁਤ ਬੁਰੀ ਤਰ੍ਹਾਂ ਫਸ ਚੁੱਕੀ ਸੀ। ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਡੇ ਬਾਰੇ ਸਭ ਕੁਝ ਬੌਸ ਨੂੰ ਦੱਸ ਦੇਵਾਂਗੀ। ਉਹ ਉੱਚੀ ਉੱਚੀ ਹੱਸਣ ਲੱਗੇ, ਕਹਿਣ ਲੱਗੇ, ਅਸੀਂ ਤੇਰੀ ਇੱਜ਼ਤ ਦਾ ਖਿਲਵਾੜ ਕਰ ਦੇਵਾਂਗੇ। ਤੇਰੀ ਆਫਿਸ ਵਿੱਚ ਅੱਜ ਆਖਰੀ ਦਿਨ ਹੋਵੇਗਾ। ਤੂੰ ਕਿਸੇ ਨੂੰ ਕੁਝ ਵੀ ਨਹੀਂ ਦੱਸ ਸਕਦੀ ਤੇ ਤੈਨੂੰ ਕੋਈ ਵੀ ਜੌਬ 'ਤੇ ਨਹੀਂ ਰੱਖੇਗਾ। ਮੈਂ ਉੱਚੀ ਉੱਚੀ ਰੋ ਰਹੀ ਸੀ, ਉਹਨਾਂ ਨੂੰ ਰਿਕੁਐਸਟ ਕਰ ਰਹੀ ਸੀ। ਉਹਨਾਂ ਨੇ ਮੇਰਾ ਸਮਾਨ ਫੜ ਕੇ ਸੁੱਟ ਦਿੱਤਾ। ਮੇਰੇ ਨਾਲ ਗਲਤ ਹਰਕਤਾਂ ਕਰ ਰਹੇ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਲਿਫਟ ਖਰਾਬ ਆ। ਜਾਣ ਬੁੱਝ ਕੇ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਲਿਫਟ ਦੀ ਖਰਾਬੀ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਸੀ। ਮੈਂ ਬਹੁਤ ਰੌਲਾ ਪਾ ਰਹੀ ਸੀ, ਪਰ ਮੈਂ ਬੇਬਸ ਸੀ। ਉਹਨਾਂ ਨੇ ਮੇਰੇ ਹੱਥ ਟਾਈ ਨਾਲ ਬੰਨ੍ਹ ਦਿੱਤੇ। ਸੁਨੀਲ ਅਤੇ ਵਿਕਾਸ ਨੇ ਮੇਰੇ ਨਾਲ ਵਾਰ-ਵਾਰ ਬਦਤਮੀਜ਼ੀ ਕੀਤੀ ਸੀ। ਮੈਨੂੰ ਆਪਣੇ ਪੇਰੈਂਟਸ ਦੀ ਗੱਲ ਯਾਦ ਆ ਰਹੀ ਸੀ। ਉਹ ਮੈਨੂੰ ਇਹੀ ਸਮਝਾਉਂਦੇ ਰਹਿੰਦੇ ਸੀ ਕਿ ਆਸੇ-ਪਾਸੇ ਦੇਖ ਕੇ ਚੱਲਿਆ ਕਰ, ਹਰ ਸਮੇਂ ਆਪਣੇ ਕੰਮ 'ਚ ਇੰਨੀ ਨਾ ਗਵਾਚ ਜਾਇਆ ਕਰ। ਕੁੜੀਆਂ ਨੂੰ ਬਹੁਤ ਕੁਝ ਸੋਚਣਾ ਪੈਂਦਾ ਤੇ ਬਹੁਤ ਧਿਆਨ ਰੱਖਣਾ ਪੈਂਦਾ। ਉਹ ਦੋਨੋਂ ਕਾਫੀ ਦੇਰ ਤੱਕ ਮੇਰੀ ਇੱਜ਼ਤ ਨਾਲ ਖੇਡਦੇ ਰਹੇ ਤੇ ਆਪਸ 'ਚ ਗੱਲਾਂ ਕਰ ਰਹੇ ਸੀ ਕਿ ਇਹ ਹੁਣ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਹੁਣ ਅਸੀਂ ਇਸ ਦੇ ਪ੍ਰੋਜੈਕਟ 'ਤੇ ਕੰਮ ਕਰਾਂਗੇ। ਮੈਂ ਇਕੱਲੀ ਸੀ ਤੇ ਉਹ 2 ਹੱਟੇ-ਕੱਟੇ ਮਰਦ ਸੀ। ਉਹਨਾਂ ਦੀ ਤਾਕਤ ਮੇਰੇ ਤੋਂ ਕਈ ਗੁਣਾ ਜ਼ਿਆਦਾ ਸੀ। ਮੈਂ ਦਰਦ ਨਾਲ ਤੜਫ ਰਹੀ ਸੀ। ਮੇਰੇ ਤੋਂ ਤਕਲੀਫ ਬਰਦਾਸ਼ਤ ਨਹੀਂ ਹੋ ਰਹੀ ਸੀ। ਮੈਂ ਬੇਹੋਸ਼ ਹੋ ਗਈ। ਮੈਨੂੰ ਨਹੀਂ ਪਤਾ ਕਿ ਲਿਫਟ ਕਿੰਨੀ ਦੇਰ ਤੱਕ ਬੰਦ ਰਹੀ, ਪਰ ਮੇਰੀ ਖੁਸ਼ਕਿਸਮਤੀ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੇ ਆਸ-ਪਾਸ ਕੋਈ ਵੀ ਮੌਜੂਦ ਨਹੀਂ ਸੀ। ਮੈਂ ਜਲਦੀ ਆਪਣਾ ਸਮਾਨ ਚੁੱਕਿਆ ਤੇ ਆਪਣੀ ਗੱਡੀ 'ਚ ਬੈਠ ਕੇ ਘਰ ਵਾਪਸ ਆ ਗਈ। ਮੇਰੀ ਹਾਲਤ ਬਹੁਤ ਬੁਰੀ ਸੀ। ਮੇਰੇ ਤੋਂ ਸਹੀ ਢੰਗ ਨਾਲ ਤੁਰਿਆ ਵੀ ਨਹੀਂ ਜਾਂਦਾ ਸੀ। ਜਦੋਂ ਮੈਂ ਘਰ ਦੇ ਦਰਵਾਜ਼ੇ ਦੀ ਡੋਰਬੈਲ ਵਜਾਈ ਤਾਂ ਦਰਵਾਜ਼ਾ ਮੰਮੀ ਨੇ ਖੋਲ੍ਹਿਆ। ਮੰਮੀ ਮੇਰੀ ਹਾਲਤ ਦੇਖ ਕੇ ਘਬਰਾ ਗਈ, ਕਿਉਂਕਿ ਮੇਰੇ ਤੋਂ ਠੀਕ ਢੰਗ ਨਾਲ ਖੜਿਆ ਵੀ ਨਹੀਂ ਜਾਂਦਾ ਸੀ। ਮੰਮੀ ਨੇ ਕਿਹਾ ਕਿ ਤੈਨੂੰ ਕੀ ਹੋਇਆ? ਮੰਮੀ ਮੈਨੂੰ ਸਹਾਰਾ ਦੇ ਕੇ ਕਮਰੇ 'ਚ ਲੈ ਗਈ ਤੇ ਬਾਰ-ਬਾਰ ਮੇਰੇ ਤੋਂ ਪੁੱਛ ਰਹੀ ਸੀ ਕਿ ਤੇਰੀ ਹਾਲਤ ਇਸ ਤਰ੍ਹਾਂ ਕਿਵੇਂ ਹੋਈ। ਮੰਮੀ ਨੂੰ ਮੇਰੀ ਚਿੰਤਾ ਸਤਾ ਰਹੀ ਸੀ। ਮੰਮੀ ਨੇ ਕਿਹਾ, ਬੇਟਾ ਤੂੰ ਤਾਂ ਆਫਿਸ ਗਈ ਸੀ ਤੇ ਅੱਜ ਜਲਦੀ ਵਾਪਸ ਕਿਉਂ ਆ ਗਈ? ਮੈਂ ਮੰਮੀ ਨੂੰ ਕਿਹਾ, ਮੰਮੀ ਅੱਜ ਆਫਿਸ ਦੀ ਲਿਫਟ ਖਰਾਬ ਹੋ ਗਈ ਸੀ ਤੇ ਮੈਂ ਲਿਫਟ 'ਚ ਬੰਦ ਹੋ ਗਈ। ਮੇਰਾ ਸਾਹ ਬੰਦ ਹੋ ਰਿਹਾ ਸੀ। ਜਦੋਂ ਲਿਫਟ ਖੁੱਲ੍ਹੀ ਤਾਂ ਮੈਂ ਫੌਰਨ ਘਰ ਆ ਗਈ, ਕਿਉਂਕਿ ਮੇਰੀ ਤਬੀਅਤ ਠੀਕ ਨਹੀਂ। ਲਿਫਟ ਦੇ ਬਾਹਰ ਸਾਈਨ ਬੋਰਡ ਲੱਗਿਆ ਹੋਇਆ ਸੀ, ਪਰ ਮੈਂ ਉਸ 'ਤੇ ਧਿਆਨ ਨਹੀਂ ਦਿੱਤਾ ਤੇ ਲਿਫਟ ਵਿੱਚ 3 ਘੰਟੇ ਬੰਦ ਰਹੀ। ਇਸ ਲਈ ਮੇਰੀ ਹਾਲਤ ਖਰਾਬ ਹੋ ਗਈ। ਮੈਂ ਮੰਮੀ ਨੂੰ ਚਾਹੁੰਦੇ ਹੋਏ ਵੀ ਕੁਝ ਨਹੀਂ ਦੱਸਿਆ ਤੇ ਮੇਰੇ ਨਾਲ ਕੀ ਹੋਇਆ, ਮੈਂ ਇੱਜ਼ਤ ਗਵਾ ਚੁੱਕੀ ਸੀ। ਮੰਮੀ ਨੂੰ ਮੇਰੇ 'ਤੇ ਸ਼ੱਕ ਹੋ ਰਿਹਾ ਸੀ, ਪਰ ਮੈਂ ਆਪਣਾ ਆਪ ਸੰਭਾਲ ਕੇ ਬੈਠ ਗਈ। ਮੇਰਾ ਮੋਬਾਈਲ ਮੇਰੇ ਪਰਸ ਵਿੱਚ ਪਿਆ ਸੀ। ਮੈਂ ਜਾਣਦੀ ਸੀ ਕਿ ਮੇਰੇ ਫੋਨ 'ਤੇ ਮੇਰੇ ਆਫਿਸ ਦੀ ਬਹੁਤ ਸਾਰੀਆਂ ਕਾਲਸ ਆਈਆਂ ਹੋਣਗੀਆਂ, ਕਿਉਂਕਿ ਮੈਂ ਅੱਜ ਆਫਿਸ ਨਹੀਂ ਗਈ ਸੀ ਤੇ ਸਾਰੇ ਮੈਨੂੰ ਕਾਲ ਕਰਕੇ ਪੁੱਛ ਰਹੇ ਹੋਣਗੇ। ਫਿਰ ਮੈਂ ਆਪਣਾ ਮੋਬਾਈਲ ਸਵਿੱਚ ਆਫ ਕਰ ਦਿੱਤਾ। ਮੇਰੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਸੀ। ਮੈਂ ਬੇਹੋਸ਼ ਹੋ ਗਈ। ਰਾਤ ਨੂੰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਪੇਰੈਂਟਸ ਮੇਰੇ ਇਰਦ-ਗਿਰਦ ਬੈਠੇ ਸੀ। ਜਿਵੇਂ ਹੀ ਮੈਨੂੰ ਹੋਸ਼ ਆਇਆ ਤਾਂ ਮੇਰੇ ਪੇਰੈਂਟਸ ਮੈਨੂੰ ਪੁੱਛਣ ਲੱਗੇ, ਬੇਟਾ ਤੇਰੀ ਤਬੀਅਤ ਕਿਵੇਂ ਆ? ਮੈਂ ਉਹਨਾਂ ਨੂੰ ਕਿਹਾ, ਮੈਂ ਠੀਕ ਹਾਂ,
ਪਰ ਮੇਰਾ ਸਿਰ ਬਹੁਤ ਭਾਰਾ ਮਹਿਸੂਸ ਹੋ ਰਿਹਾ। ਮੰਮੀ ਨੇ ਮੈਨੂੰ ਦੱਸਿਆ ਕਿ ਤੈਨੂੰ ਬਹੁਤ ਤੇਜ਼ ਬੁਖਾਰ ਆ। ਉਹਨਾਂ ਨੇ ਮੈਨੂੰ ਦਵਾਈ ਦਿੱਤੀ। ਮੈਂ ਖਾਣਾ ਖਾ ਲਿਆ। ਹੁਣ ਮੈਂ ਨਹੀਂ ਰੋਈ ਸੀ। ਮੇਰੀਆਂ ਅੱਖਾਂ 'ਚ ਹੰਝੂ ਸੁੱਕ ਗਏ ਤੇ ਨਫ਼ਰਤ ਦਾ ਉਬਾਲ ਆ ਗਿਆ। ਮੈਨੂੰ ਆਪਣੀ ਬੇਇੱਜ਼ਤੀ ਦਾ ਨਜ਼ਾਰਾ ਵਾਰ-ਵਾਰ ਦਿਸ ਰਿਹਾ ਸੀ। ਉਸ ਸਮੇਂ ਦੀ ਬੇਵਸੀ ਯਾਦ ਆ ਰਹੀ ਸੀ। ਮੇਰਾ ਮਨ ਕਰ ਰਿਹਾ ਸੀ ਕਿ ਮੈਂ ਉਹਨਾਂ ਦੋਹਾਂ ਨੂੰ ਜਾਣ ਤੋਂ ਮਾਰ ਦੇਵਾਂ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਆਪ ਤਾਂ ਕੁਝ ਕਰ ਨਹੀਂ ਸਕਦੇ, ਮੇਰੀ ਕਾਮਯਾਬੀ ਤੋਂ ਕਿੰਨਾ ਸੜ ਰਹੇ ਆ। ਸੱਚਮੁੱਚ ਇਨਸਾਨ ਦੂਜੇ ਦੀ ਕਾਮਯਾਬੀ ਤੋਂ ਬਹੁਤ ਸੜਦਾ। ਜਦੋਂ ਇਨਸਾਨ ਦੂਜੇ ਦੀ ਕਾਮਯਾਬੀ ਤੋਂ ਸੜਦਾ ਹੈ ਤਾਂ ਉਹ ਬਦਲਾ ਲੈ ਕੇ ਰਹਿੰਦਾ। ਪਰ ਜੇ ਅਸੀਂ ਕਿਸੇ ਦੀ ਕਾਮਯਾਬੀ ਤੋਂ ਜਲਣ ਨਾ ਕਰਗੇ, ਖੁਦ ਮਿਹਨਤ ਕਰਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਾਂ। ਪਰ ਲੋਕ ਅਜਿਹੀ ਸੋਚ ਨਹੀਂ ਰੱਖਦੇ। ਲੋਕ ਤਾਂ ਸੋਚਦੇ ਆ ਕਿ ਅਸੀਂ ਅੱਗੇ ਜਾਣ ਵਾਲੇ ਇਨਸਾਨ ਨੂੰ ਪਿੱਛੇ ਧੱਕ ਕੇ ਖੁਦ ਅੱਗੇ ਜਾ ਸਕਦੇ ਹਾਂ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਉੱਪਰ ਵਾਲਾ ਸਭ ਕੁਝ ਦੇਖ ਰਿਹਾ। ਇੱਕ ਨਾ ਇੱਕ ਦਿਨ ਸਭ ਨਾਲ ਇਨਸਾਫ ਜ਼ਰੂਰ ਹੁੰਦਾ। ਦਿਲ ਵਿੱਚ ਉਹਨਾਂ ਲਈ ਨਫ਼ਰਤ ਵੱਧ ਰਹੀ ਸੀ, ਪਰ ਮੇਰੀ ਹਾਲਤ ਅਜਿਹੀ ਨਹੀਂ ਸੀ ਕਿ ਮੈਂ ਘਰ ਤੋਂ ਬਾਹਰ ਨਿਕਲ ਸਕਦੀ ਤੇ ਦੁਨੀਆ ਦਾ ਸਾਹਮਣਾ ਕਰ ਸਕਦੀ। ਪਰ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੀ ਸੀ। ਇਸ ਲਈ ਮੈਂ ਅਗਲੇ ਦਿਨ ਉੱਠ ਕੇ ਆਫਿਸ ਲਈ ਤਿਆਰ ਹੋਣ ਲੱਗ ਗਈ। ਮੰਮੀ ਨੇ ਮੈਨੂੰ ਤਿਆਰ ਹੁੰਦੇ ਹੋਏ ਦੇਖਿਆ ਤੇ ਕਿਹਾ, ਬੇਟਾ ਤੇਰੀ ਤਬੀਅਤ ਠੀਕ ਨਹੀਂ। ਮੈਂ ਤਾਂ ਸੋਚਿਆ ਸੀ ਤੂੰ ਅੱਜ ਛੁੱਟੀ ਲਵੇਂਗੀ। ਤੂੰ ਕਿੱਥੇ ਜਾ ਰਹੀ ਆ? ਮੈਂ ਕਿਹਾ, ਨਹੀਂ ਮੰਮੀ, ਮੈਂ ਛੁੱਟੀ ਨਹੀਂ ਲੈ ਸਕਦੀ। ਮੇਰਾ ਆਫਿਸ ਜਾਣਾ ਬਹੁਤ ਜ਼ਰੂਰੀ ਆ। ਮੈਂ ਬਹੁਤ ਵੱਡੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਹਾਂ। ਮੰਮੀ ਨੇ ਮੇਰੇ ਚਿਹਰੇ ਦੇ ਐਕਸਪ੍ਰੈਸ਼ਨ ਦੇਖੇ ਤਾਂ ਉਸ ਨੂੰ ਮੈਂ ਪਰੇਸ਼ਾਨ ਨਜ਼ਰ ਆਈ। ਮੰਮੀ ਨੇ ਕਿਹਾ, ਤੂੰ ਅਜੇ ਠੀਕ ਨਹੀਂ, ਤੂੰ ਇਕੱਲੀ ਆਫਿਸ ਨਹੀਂ ਜਾਵੇਂਗੀ। ਕਿਉਂਕਿ ਮੰਮੀ ਨੂੰ ਡਰ ਸੀ ਕਿ ਜੇ ਮੈਂ ਦੁਬਾਰਾ ਫਿਰ ਬੇਹੋਸ਼ ਹੋ ਗਈ ਤਾਂ ਫਿਰ ਕੀ ਹੋਵੇਗਾ। ਮੈਂ ਮੰਮੀ ਨੂੰ ਕਿਹਾ, ਮੰਮੀ ਤੁਸੀਂ ਪਰੇਸ਼ਾਨ ਨਾ ਹੋਵੋ। ਜੇ ਮੈਨੂੰ ਮੇਰੀ ਤਬੀਅਤ ਸਹੀ ਨਾ ਲੱਗੇਗੀ ਤਾਂ ਮੈਂ ਵਾਪਸ ਆ ਜਾਵਾਂਗੀ। ਪਰ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਘਰ ਤੋਂ ਬਾਹਰ ਨਿਕਲ ਸਕਦੀ। ਪਰ ਮੈਂ ਉਹ ਦੋਨਾਂ ਨੂੰ ਸਬਕ ਸਿਖਾ ਕੇ ਸਕੂਨ ਨਾਲ ਬੈਠ ਸਕਦੀ ਸੀ। ਮੈਂ ਆਪਣੀ ਮੰਮੀ ਤੋਂ ਨਜ਼ਰ ਬਚਾ ਕੇ ਉਹ ਸਮਾਨ ਆਪਣੇ ਬੈਗ 'ਚ ਰੱਖ ਲਿਆ ਜਿਸ ਸਮਾਨ ਦੀ ਮੈਨੂੰ ਬਹੁਤ ਜ਼ਰੂਰਤ ਸੀ। ਮੇਰੀ ਮੰਮੀ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਕੀ ਕਰਨ ਜਾ ਰਹੀ ਹਾਂ। ਮੈਂ ਆਪਣੇ ਘਰੋਂ ਬੈਗ ਲੈ ਕੇ ਨਿਕਲ ਚੁੱਕੀ ਸੀ। ਮੈਂ ਨਾਸ਼ਤਾ ਵੀ ਨਹੀਂ ਕੀਤਾ, ਪਰ ਮੈਨੂੰ ਆਫਿਸ ਦੀ ਲਿਫਟ ਵਿੱਚ ਜਾਣ ਦੀ ਬਹੁਤ ਜਲਦੀ ਸੀ। ਮੈਂ ਬਹੁਤ ਕਮਜ਼ੋਰ ਕੁੜੀ ਸੀ, ਪਰ ਆਪਣੀ ਇੱਜ਼ਤ ਦਾ ਬਦਲਾ ਲੈਣਾ ਬਹੁਤ ਜ਼ਰੂਰੀ ਸੀ। ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਸੀ ਜੋ ਆਪਣੇ ਨਾਲ ਜ਼ੁਲਮ ਹੋ ਰਿਹਾ ਜ਼ੁਲਮ ਚੁੱਪਚਾਪ ਬਰਦਾਸ਼ਤ ਕਰ ਲੈਂਦੀਆਂ। ਮੈਂ ਵਿਕਾਸ ਅਤੇ ਸੁਨੀਲ ਨੂੰ ਦੱਸਣਾ ਚਾਹੁੰਦੀ ਸੀ ਕਿ ਤੁਸੀਂ ਮੇਰੇ ਨਾਲ ਇਹ ਸਭ ਕਰਕੇ ਬਹੁਤ ਵੱਡੀ ਗਲਤੀ ਕਰ ਲਈ ਆ, ਤਾਂ ਜੋ ਉਹ ਅੱਗੇ ਮੇਰੀ ਤਰ੍ਹਾਂ ਕਿਸੇ ਹੋਰ ਕੁੜੀ ਦੀ ਕਾਮਯਾਬੀ ਤੋਂ ਨਾ ਸੜਨ। ਮੈਂ ਉਹਨਾਂ ਨੂੰ ਅਜਿਹੇ ਕੰਮ ਤੋਂ ਰੋਕਣਾ ਚਾਹੁੰਦੀ ਸੀ। ਅੱਜ ਜਲਦੀ ਮੈਂ ਆਫਿਸ ਪਹੁੰਚ ਗਈ। ਹਾਲਾਂਕਿ ਕੱਲ੍ਹ ਮੇਰੇ ਨਾਲ ਬਹੁਤ ਜ਼ੁਲਮ ਹੋਇਆ ਸੀ। ਲਿਫਟ ਵੱਲ ਜਾਂਦੇ ਹੋਏ ਮੇਰੇ ਕਦਮ ਲੜਖੜਾ ਰਹੇ ਸੀ, ਪਰ ਮੈਂ ਹਿੰਮਤ ਕਰਕੇ ਲਿਫਟ 'ਚ ਪਹੁੰਚ ਗਈ। ਉਹ ਅਜੇ ਤੱਕ ਨਹੀਂ ਆਏ ਸੀ। ਮੈਨੂੰ ਲੱਗਿਆ ਸ਼ਾਇਦ ਉਹ ਅੱਜ ਆਫਿਸ ਨਹੀਂ ਆਉਣਗੇ। ਉਹ ਆਪਣੇ ਆਪ 'ਤੇ ਸ਼ਰਮਿੰਦਾ ਹੋ ਰਹੇ ਹੋਣਗੇ। ਪਰ ਥੋੜ੍ਹੀ ਦੇਰ ਬਾਅਦ ਉਹ ਦੋਨੋਂ ਹੱਸਦੇ ਹੋਏ ਲਿਫਟ ਦੇ ਅੰਦਰ ਦਾਖਲ ਹੋਏ। ਉਹਨਾਂ ਦੇ ਚਿਹਰੇ 'ਤੇ ਕੋਈ ਡਰ ਜਾਂ ਪਛਤਾਵਾ ਨਹੀਂ ਸੀ। ਮੈਂ ਉਹਨਾਂ ਨੂੰ ਦੇਖ ਰਹੀ ਸੀ। ਅੱਜ ਮੇਰਾ ਧਿਆਨ ਫਾਈਲ ਵਿੱਚ ਨਹੀਂ ਸੀ। ਜਦੋਂ ਉਹਨਾਂ ਦੀ ਨਜ਼ਰ ਮੇਰੇ 'ਤੇ ਪਈ ਤਾਂ ਇੱਕ ਪਲ ਲਈ ਦੋਵੇਂ ਸ਼ੌਕਡ ਰਹਿ ਗਏ। ਪਹਿਲਾਂ ਤਾਂ ਉਹਨਾਂ ਦੇ ਚਿਹਰੇ 'ਤੇ ਪਰੇਸ਼ਾਨੀ ਛਾ ਗਈ, ਪਰ ਜਦੋਂ ਮੈਂ ਰੋਜ਼ ਦੀ ਤਰ੍ਹਾਂ ਫਾਈਲ ਖੋਲ੍ਹ ਕੇ ਆਪਣਾ ਧਿਆਨ ਫਾਈਲ ਵਿੱਚ ਲਗਾ ਲਿਆ ਤਾਂ ਉਹ ਦੋਨੋਂ ਬੇਫਿਕਰ ਹੋ ਗਏ। ਉਹ ਦੋਨੋਂ ਆਪਸ 'ਚ ਗੱਲਾਂ ਕਰ ਰਹੇ ਸੀ ਕਿ ਅਸੀਂ ਤਾਂ ਸੋਚਿਆ ਸੀ ਪ੍ਰੀਤੀ ਆਫਿਸ ਨਹੀਂ ਆਵੇਗੀ, ਪਰ ਪ੍ਰੀਤੀ ਮੈਡਮ ਨੂੰ ਤਾਂ ਆਪਣੇ ਕੰਮ 'ਤੇ ਜ਼ਿਆਦਾ ਹੀ ਧਿਆਨ ਲੱਗਦਾ। ਅੱਜ ਦੁਬਾਰਾ ਆਪਣੇ ਹੱਥੋਂ ਇੱਜ਼ਤ ਖਰਾਬ ਕਰਵਾਉਣ ਦੇ ਲਈ ਆ ਗਈ। ਪਰ ਕੱਲ੍ਹ ਲੈਫਟ ਖਰਾਬ ਸੀ, ਅੱਜ ਲੈਫਟ ਖਰਾਬ ਨਹੀਂ। ਦੂਜਾ ਬੋਲਿਆ, ਨਹੀਂ, ਲੱਗਦਾ ਹੈ ਪ੍ਰੀਤੀ ਮੈਡਮ ਨੇ ਹਥਿਆਰ ਸੁੱਟ ਦਿੱਤੇ ਆ। ਉਹ ਪ੍ਰੋਜੈਕਟ ਆਪਾਂ ਨੂੰ ਦੇਣਾ ਚਾਹੁੰਦੀ ਆ। ਆਪਣੀ ਸ਼ਰਮਿੰਦਗੀ ਖਤਮ ਕਰਨ ਦੇ ਲਈ ਦੁਬਾਰਾ ਆਫਿਸ ਆ ਗਈ। ਇਹ ਕਹਿ ਕੇ ਦੋਨੋਂ ਉੱਚੀ ਹੱਸ ਰਹੇ ਸੀ, ਪਰ ਮੈਂ ਉਹਨਾਂ ਨੂੰ ਕੋਈ ਧਿਆਨ ਨਹੀਂ ਦਿੱਤਾ। ਫਿਰ ਲੈਫਟ 4 ਨੰਬਰ ਫਲੋਰ 'ਤੇ ਆ ਕੇ ਰੁਕ ਗਈ। ਮੈਂ ਬਟਨ ਨੱਪ ਕੇ ਦੁਬਾਰਾ ਲੈਫਟ ਹੇਠਾਂ ਕਰ ਦਿੱਤੀ। ਉਹ ਦੋਨੋਂ ਇਹ ਦੇਖ ਕੇ ਹੈਰਾਨ ਰਹਿ ਗਏ ਤੇ ਮੈਨੂੰ ਕਹਿਣ ਲੱਗੇ, ਤੂੰ ਪਾਗਲ ਹੋ ਗਈ? ਇਹ ਕੀ ਕਰ ਰਹੀ ਆ? ਜਦੋਂ ਲੈਫਟ ਉੱਪਰ ਪਹੁੰਚ ਗਈ ਸੀ, ਫਿਰ ਤੂੰ ਲੈਫਟ ਹੇਠਾਂ ਕਿਉਂ ਕੀਤੀ? ਅਸੀਂ ਆਪਣੇ ਕੈਬਿਨ ਵਿੱਚ ਜਾਣਾ। ਮੈਂ ਉਹਨਾਂ ਵੱਲ ਵਧੀ ਤੇ ਕਿਹਾ, ਇੰਨੀ ਵੀ ਕੀ ਜਲਦੀ ਆ? ਅੱਜ ਆਪਣੇ ਵਿੱਚ ਗੱਲਾਂ ਨਹੀਂ ਹੋਊਗਾ। ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਆ, ਤੁਹਾਨੂੰ ਆਪਣੇ ਦੋਸਤ ਬਣਾਉਣਾ ਚਾਹੁੰਦੀ ਆ। ਜੋ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਆ ਉਹ ਮੈਂ ਆਫਿਸ ਵਿੱਚ ਸਭ ਦੇ ਸਾਹਮਣੇ ਨਹੀਂ ਕਰ ਸਕਦੀ। ਲੈਫਟ ਜਦੋਂ ਉੱਪਰ ਜਾਂਦੀ ਸੀ ਮੈਂ ਬਟਨ ਨੱਪ ਕੇ ਹੇਠਾਂ ਕਰ ਦਿੰਦੀ ਸੀ। ਜਦੋਂ ਲੈਫਟ ਹੇਠਾਂ ਆਉਂਦੀ ਸੀ ਮੈਂ ਬਟਨ ਨੱਪ ਕੇ ਉੱਪਰ ਕਰ ਦਿੰਦੀ ਸੀ। ਮੈਂ ਇਹ ਸਭ ਵਾਰ-ਵਾਰ ਕਰ ਰਹੀ ਸੀ। ਨਾਲ ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀ। ਮੈਂ ਕਿਹਾ, ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਆ। ਤੁਹਾਡੀ ਕੱਲ੍ਹ ਵਾਲੀ ਹਰਕਤ ਮੈਨੂੰ ਪਸੰਦ ਆਈ। ਤੁਸੀਂ ਮੇਰੇ ਨਾਲ ਟਾਈਮ ਪਾਸ ਕਰ ਸਕਦੇ ਹੋ। ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ 'ਤੇ ਚਮਕ ਆ ਗਈ। ਉਹ ਦੋਨੋਂ ਖੁਸ਼ ਹੋ ਗਏ। ਮੈਂ ਉਹਨਾਂ ਨੂੰ ਕਿਹਾ, ਰਹੀ ਗੱਲ ਮੇਰੀ ਕਾਮਯਾਬੀ ਦੀ,
ਉਹ ਸਭ ਕੁਝ ਮੈਂ ਤੁਹਾਡੇ 'ਤੇ ਛੱਡ ਦੇਵਾਂਗੀ। ਤੁਸੀਂ ਮੇਰੀ ਇੱਜ਼ਤ ਤਾਂ ਖਰਾਬ ਕਰ ਹੀ ਚੁੱਕੇ ਹੋ। ਜੇ ਤੁਸੀਂ ਆਫਿਸ ਵਿੱਚ ਸਭ ਨੂੰ ਦੱਸ ਦਿੱਤਾ ਤਾਂ ਮੇਰੀ ਬਹੁਤ ਇਨਸਲਟ ਹੋ ਜਾਵੇਗੀ। ਇਸ ਲਈ ਮੈਂ ਬੌਸ ਨੂੰ ਕਹਿ ਕੇ ਖੁਦ ਹੀ ਤੁਹਾਨੂੰ ਇਹ ਪ੍ਰੋਜੈਕਟ ਦਵਾ ਦੇਵਾਂਗੀ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਏ ਅਤੇ ਕਹਿਣ ਲੱਗੇ, ਸਾਨੂੰ ਤੇਰੇ ਤੋਂ ਇਹੀ ਉਮੀਦ ਬਿਲਕੁਲ ਵੀ ਨਹੀਂ ਸੀ। ਸਾਨੂੰ ਨਹੀਂ ਲੱਗਦਾ ਸੀ ਕਿ ਤੂੰ ਇੰਨੀ ਜਲਦੀ ਸੰਭਲ ਜਾਵੇਂਗੀ। ਸਾਨੂੰ ਤਾਂ ਲੱਗਿਆ ਕਿ ਤੂੰ ਆਫਿਸ ਨਹੀਂ ਆਵੇਂਗੀ। ਨਾਰਮਲੀ ਕੁੜੀਆਂ ਇੱਜ਼ਤ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਮੂੰਹ ਛੁਪਾ ਕੇ ਬੈਠ ਜਾਂਦੀਆਂ। ਉਹ ਆਪਸ 'ਚ ਜੋ ਗੱਲਾਂ ਕਰ ਰਹੇ ਸੀ ਮੈਂ ਉਹਨਾਂ ਨੂੰ ਰੋਕਿਆ ਨਹੀਂ। ਹੌਲੀ ਹੌਲੀ ਮੈਂ ਉਹਨਾਂ ਦੇ ਨਜ਼ਦੀਕ ਜਾ ਰਹੀ ਸੀ। ਮੈਂ ਜਾਣਦੀ ਸੀ ਕਿ ਜੋ ਗਲਤੀ ਉਹ ਪਹਿਲਾਂ ਕਰ ਚੁੱਕੇ ਆ ਉਹ ਦੁਬਾਰਾ ਵੀ ਕਰ ਸਕਦੇ ਆ। ਸੱਚਮੁੱਚ ਉਹ ਦੋਨੋਂ ਮੇਰੇ ਨਜ਼ਦੀਕ ਆ ਕੇ ਖੜ੍ਹ ਗਏ ਅਤੇ ਲੈਫਟ ਨੂੰ ਵਾਰ-ਵਾਰ ਉੱਪਰ ਨੀਚੇ ਕਰ ਰਹੀ ਸੀ। ਮੈਂ ਆਪਣਾ ਬੈਗ ਇੱਕ ਸਾਈਡ 'ਤੇ ਰੱਖ ਦਿੱਤਾ। ਉਹ ਦੋਨੋਂ ਲੈਫਟ ਦੇ ਬਟਨ ਵਾਰ-ਵਾਰ ਦਬਾ ਰਹੇ ਸੀ ਅਤੇ ਆਪਣਾ ਕੰਮ ਵਿੱਚ ਬਿਜ਼ੀ ਹੋ ਗਏ। ਉਹਨਾਂ ਨੇ ਮੇਰੇ ਨਾਲ ਕੱਲ੍ਹ ਵਾਲੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਅੱਜ ਮੈਂ ਉਹਨਾਂ ਮੁੰਡਿਆਂ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਵਾਲੀ ਸੀ ਜੋ ਉਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣਾ ਸੀ। ਜਿਵੇਂ ਹੀ ਉਹ ਦੋਨੋਂ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ ਤਾਂ ਮੈਂ ਆਪਣੇ ਬੈਗ ਵਿੱਚੋਂ ਉਹ ਚੀਜ਼ ਕੱਢ ਲਈ ਜੋ ਮੈਂ ਆਪਣੇ ਘਰੋਂ ਲੈ ਕੇ ਆਈ ਸੀ। ਉਹ ਦੋਨੋਂ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਉਹ ਸਮਝ ਹੀ ਨਾ ਸਕੇ ਹੋਣ। ਮੇਰੀ ਅਗਲੀ ਹਰਕਤ ਨੇ ਉਹਨਾਂ ਦੀਆਂ ਚੀਕਾਂ ਬੰਦ ਲੈਫਟ ਵਿੱਚ ਕਢਵਾ ਦਿੱਤੀਆਂ। ਫਿਰ ਮੈਂ ਜਲਦੀ ਨਾਲ ਆਪਣੇ ਫਲੋਰ ਵਾਲਾ ਬਟਨ ਦੱਬ ਦਿੱਤਾ। ਉਹ ਆਪਣੇ ਸਰੀਰ ਨੂੰ ਛੂੰਹਦੇ ਹੋਏ ਚੀਖ ਚੀਖ ਕੇ ਬੇਹਾਲ ਹੋ ਰਹੇ ਸੀ। ਲੈਫਟ ਖੁੱਲ੍ਹ ਗਈ। ਮੈਂ ਜਲਦੀ ਨਾਲ ਬਾਹਰ ਨਿਕਲ ਗਈ। ਨਜ਼ਾਰਾ ਕੱਲ੍ਹ ਵਾਲਾ ਹੀ ਸੀ। ਫਰਕ ਸਿਰਫ ਇਹ ਸੀ ਕਿ ਕੱਲ੍ਹ ਲੈਫਟ ਵਿੱਚ ਮੈਂ ਤੜਫ ਰਹੀ ਸੀ ਅਤੇ ਅੱਜ ਲੈਫਟ ਵਿੱਚ ਉਹ ਦੋਨੋਂ ਤੜਫ ਰਹੇ ਸੀ। ਮੈਂ ਫੜੇ ਜਾਣ ਦੇ ਡਰ ਤੋਂ ਭੱਜ ਰਹੀ ਸੀ। ਮੇਰੇ ਚਿਹਰੇ 'ਤੇ ਤਾਂ ਰੰਗ ਉੱਡਿਆ ਹੋਇਆ ਸੀ। ਮੈਂ ਲੈਫਟ ਗਰਾਊਂਡ ਵਾਲੇ ਫਲੋਰ 'ਤੇ ਰੋਕ ਦਿੱਤੀ ਸੀ ਅਤੇ ਜਲਦੀ ਨਾਲ ਲੈਫਟ ਵਿੱਚੋਂ ਨਿਕਲ ਕੇ ਆਪਣੇ ਘਰ ਆ ਗਈ। ਅੱਜ ਵੀ ਕਿਸੇ ਨੂੰ ਨਹੀਂ ਪਤਾ ਕਿ ਮੈਂ ਆਫਿਸ ਆਈ ਸੀ। 2-3 ਦਿਨ ਮੈਂ ਘਰ ਹੀ ਰਹੀ ਅਤੇ ਆਪਣਾ ਮੋਬਾਈਲ ਵੀ ਆਫ ਕਰ ਦਿੱਤਾ। ਅੱਜ ਜਦੋਂ ਮੈਂ ਮੋਬਾਈਲ ਔਨ ਕੀਤਾ ਤਾਂ ਥੋੜ੍ਹੀ ਦੇਰ ਹੀ ਮੈਨੂੰ ਬੌਸ ਦੀ ਕਾਲ ਆਈ। ਬੌਸ ਮੈਨੂੰ ਬਹੁਤ ਗੁੱਸੇ 'ਚ ਬੋਲ ਰਿਹਾ ਸੀ ਕਿ 2-3 ਦਿਨਾਂ ਤੋਂ ਤੂੰ ਕਿੱਥੇ ਆ? ਤੇਰਾ ਫੋਨ ਵੀ ਨਹੀਂ ਲੱਗ ਰਿਹਾ। ਤੈਨੂੰ ਪਤਾ ਕਿ ਕਿੰਨਾ ਇੰਪੋਰਟੈਂਟ ਪ੍ਰੋਜੈਕਟ ਤੈਨੂੰ ਦਿੱਤਾ ਗਿਆ। ਕਿਤੇ ਤੇਰੀ ਵਜ੍ਹਾ ਨਾਲ ਸਾਡੀ ਕੰਪਨੀ ਦੀ ਰੈਪੂਟੇਸ਼ਨ ਖਰਾਬ ਨਾ ਹੋ ਜਾਵੇ। ਮੈਂ ਬਹੁਤ ਭਰੋਸਾ ਕਰਕੇ ਇਹ ਪ੍ਰੋਜੈਕਟ ਤੈਨੂੰ ਦਿੱਤਾ। ਮੈਂ ਚੁੱਪ-ਚਾਪ ਬੌਸ ਦੀਆਂ ਝੜਕਾਂ ਸੁਣ ਰਹੀ ਸੀ। ਅਗਲੇ ਹੀ ਦਿਨ ਮੈਂ ਆਫਿਸ ਜੁਆਇਨ ਕਰ ਲਿਆ। ਆਫਿਸ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸੁਨੀਲ ਅਤੇ ਵਿਕਾਸ ਇੱਕ ਹਫ਼ਤੇ ਤੋਂ ਆਫਿਸ ਨਹੀਂ ਆ ਰਹੇ। ਉਹ ਪਤਾ ਨਹੀਂ ਕਿੱਥੇ ਚਲੇ ਗਏ। ਮੈਂ ਸਮਝ ਗਈ ਕਿ ਉਹ ਆਫਿਸ ਵਾਪਸ ਨਹੀਂ ਆ ਸਕਦੇ ਕਿਉਂਕਿ ਮੈਂ ਉਹਨਾਂ ਨਾਲ ਕੁਝ ਅਜਿਹਾ ਕੀਤਾ ਸੀ। ਦਰਅਸਲ ਲੈਫਟ ਵਿੱਚ ਜਦੋਂ ਉਹ ਦੋਨੋਂ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਮੈਂ ਆਪਣੇ ਬੈਗ ਵਿੱਚੋਂ ਤੇਜ਼ਾਬ ਕੱਢ ਕੇ ਉਹਨਾਂ ਦੇ ਸਰੀਰ ਦੇ ਹੇਠਲੇ ਹਿੱਸੇ ਉੱਪਰ ਪਾ ਦਿੱਤਾ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦਾ ਹੇਠਲਾ ਹਿੱਸਾ ਬਿਲਕੁਲ ਬੇਕਾਰ ਹੋ ਚੁੱਕਿਆ ਸੀ। ਉਹ ਦੋਨੋਂ ਹੁਣ ਮੇਰੀ ਤਾਂ ਹੀ ਕੀ ਬਲਕਿ ਕਿਸੇ ਦੀ ਵੀ ਇੱਜ਼ਤ ਖਰਾਬ ਨਹੀਂ ਕਰ ਸਕਦੇ ਸੀ। ਆਫਿਸ ਵਿੱਚ ਇਹ ਗੱਲ ਪਤਾ ਨਾ ਲੱਗ ਜਾਵੇ ਕਿ ਉਹਨਾਂ ਦਾ ਹੇਠਲਾ ਹਿੱਸਾ ਕਿਸੇ ਨੇ ਐਸਿਡ ਅਟੈਕ ਦਿੱਤਾ ਏ। ਉਹ ਦੋਨੋਂ ਬਚਦੇ ਬਚਾਉਂਦੇ ਉੱਥੋਂ ਜਿਵੇਂ ਕਿਵੇਂ ਨਿਕਲ ਗਏ ਅਤੇ ਦੁਬਾਰਾ ਆਫਿਸ ਨਹੀਂ ਆ ਸਕੇ। ਮੈਂ ਬਹੁਤ ਖੁਸ਼ ਸੀ। ਉਹਨਾਂ ਨੇ ਸੋਚਿਆ ਕਿ ਮੇਰੀ ਇੱਜ਼ਤ ਖਰਾਬ ਕਰਨ ਤੋਂ ਬਾਅਦ ਮੈਂ ਚੁੱਪ-ਚਾਪ ਘਰ ਬੈਠ ਜਾਵਾਂਗੀ, ਪਰ ਮੈਂ ਅਜਿਹੀ ਕੁੜੀ ਨਹੀਂ ਸੀ। ਮੈਂ ਉਹਨਾਂ ਤੋਂ ਆਪਣਾ ਬਦਲਾ ਲੈ ਲਿਆ। ਹੁਣ ਸਾਰੀ ਜ਼ਿੰਦਗੀ ਬਾਪ ਨਹੀਂ ਬਣ ਸਕਦੇ ਅਤੇ ਨਾ ਹੀ ਉਹਨਾਂ ਦਾ ਵਿਆਹ ਹੋ ਸਕਦਾ। ਆਫਿਸ ਵਿੱਚ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਉਹ ਦੋਨੋਂ ਕਿੱਥੇ ਚਲੇ ਗਏ ਅਤੇ ਉਹਨਾਂ ਨਾਲ ਕੀ ਹੋਇਆ। ਉਹਨਾਂ ਨੇ ਆਪਣੇ ਮੋਬਾਈਲ ਵੀ ਸਵਿੱਚ ਆਫ ਕਰ ਲਏ। ਉਸ ਦਿਨ ਤੋਂ ਬਾਅਦ ਮੈਂ ਬਹੁਤ ਸਾਵਧਾਨ ਰਹਿਣ ਲੱਗ ਗਈ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੋਨਾਂ ਵਰਗੇ ਕਿਸੇ ਹੋਰ ਇਨਸਾਨ ਨਾਲ ਮੇਰਾ ਸਾਹਮਣਾ ਹੋਵੇ। ਪੂਰੇ 3 ਸਾਲ ਮੈਂ ਦਿਨ ਰਾਤ ਮਿਹਨਤ ਕਰਕੇ ਪ੍ਰੋਜੈਕਟ ਕੰਪਲੀਟ ਕਰ ਲਿਆ। ਨਤੀਜੇ ਵਜੋਂ ਮੇਰੀ ਬਹੁਤ ਵਾਹ-ਵਾਹ ਹੋਈ। ਇੱਕ ਅਵਾਰਡ ਫੰਕਸ਼ਨ ਰੱਖਿਆ ਗਿਆ ਜਿਸ ਵਿੱਚ ਕੰਪਨੀ ਵੱਲੋਂ ਮੈਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮੇਰੇ ਬੌਸ ਨੇ ਕਿਹਾ ਕਿ ਜੋ ਕੰਮ 5 ਸਾਲ ਵਿੱਚ ਨਹੀਂ ਹੋ ਸਕਦਾ ਸੀ, ਪ੍ਰੀਤੀ ਨੇ ਉਹ ਕੰਮ 3 ਸਾਲ 'ਚ ਪੂਰਾ ਕਰ ਦਿੱਤਾ। ਸਾਡੀ ਕੰਪਨੀ ਨੂੰ ਪ੍ਰੀਤੀ ਵਰਗੇ ਹੋਣਹਾਰ ਮੈਨੇਜਰ ਦੀ ਜ਼ਰੂਰਤ ਆ। ਫਿਰ ਮੈਂ ਉਸ ਦਿਨ ਤੋਂ ਕਾਮਯਾਬ ਹੁੰਦੀ ਗਈ। ਮੇਰੇ ਕਰਕੇ ਮੇਰੀ ਕੰਪਨੀ ਨੇ ਵੀ ਬਹੁਤ ਨਾਮ ਕਮਾਇਆ। ਹੌਲੀ-ਹੌਲੀ ਦਿਨ ਇਸੇ ਤਰ੍ਹਾਂ ਲੰਘਦੇ ਗਏ। ਫਿਰ ਮੈਂ ਆਪਣੇ ਪ੍ਰਤੀ ਕੰਸਟਰਕਸ਼ਨ ਕੰਪਨੀ ਨਾਮ ਦੀ ਮਲਟੀਨੈਸ਼ਨਲ ਕੰਪਨੀ ਖੋਲ੍ਹ ਲਈ। ਇਸ ਤਰ੍ਹਾਂ ਮੈਂ ਬਹੁਤ ਸਾਰੇ ਸੈਕਰੀਫਾਈਸ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। ਮੇਰੀ ਸਟੋਰੀ ਸੁਣ ਕੇ ਨਿਊਜ਼ ਰਿਪੋਰਟਰ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸ ਨੇ ਕਿਹਾ ਕਿ ਹਰ ਕੁੜੀ ਨੂੰ ਤੁਹਾਡੀ ਤਰ੍ਹਾਂ ਬਹਾਦਰ ਬਣਨਾ ਚਾਹੀਦਾ। ਤੁਹਾਡੇ ਤੋਂ ਹਰ ਕੁੜੀ ਨੂੰ ਮੈਸੇਜ ਮਿਲਣਾ ਚਾਹੀਦਾ ਕਿ ਡਰ ਕੇ ਕੁਝ ਨਹੀਂ ਹੋਣ ਵਾਲਾ। ਜੇ ਤੁਸੀਂ ਕਾਮਯਾਬ ਹੋਵੋਗੇ ਤਾਂ ਲੋਕ ਤੁਹਾਡੇ ਤੋਂ ਸੜਨਗੇ ਵੀ, ਤੁਹਾਨੂੰ ਬੁਰਾ ਭਲਾ ਵੀ ਕਹਿਣਗੇ, ਪਰ ਤੁਸੀਂ ਕਿਸੇ ਤੋਂ ਡਰਨਾ ਨਹੀਂ, ਸਖਤ ਤੋਂ ਸਖਤ ਮੁਸ਼ਕਲਾਂ ਦਾ ਸਾਹਮਣਾ ਕਰਨਾ। ਉਸ ਨੇ ਕਿਹਾ, ਮਿਸ ਪ੍ਰੀਤੀ, ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਉਹ ਕੰਪਨੀ ਦਾ ਨਾਮ ਕੀ ਆ ਜਿਸ ਵਿੱਚ ਤੁਹਾਡੇ ਨਾਲ ਇਹ ਹਾਦਸਾ ਹੋਇਆ ਸੀ? ਕਿਉਂਕਿ ਕੰਪਨੀ ਦੇ ਕਿਸੇ ਵੀ ਮੈਂਬਰ ਨੂੰ ਉਹਨਾਂ ਦੋਹਾਂ ਮੁੰਡਿਆਂ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ। ਪਰ ਮੈਂ ਉਸ ਨਿਊਜ਼ ਰਿਪੋਰਟਰ ਨੂੰ ਨਾ ਤਾਂ ਕੰਪਨੀ ਬਾਰੇ ਕੁਝ ਦੱਸਿਆ
ਤੇ ਨਾ ਹੀ ਮੈਂ ਉਹਨਾਂ ਮੁੰਡਿਆਂ ਬਾਰੇ, ਕਿਉਂਕਿ ਮੈਂ ਆਪਣੀ ਕੰਪਨੀ ਦਾ ਨਾਮ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਦੁਨੀਆ ਵਾਲੇ ਛੋਟੀ ਜਿਹੀ ਗੱਲ ਨੂੰ ਰਾਈ ਦਾ ਪਹਾੜ ਬਣਾ ਦਿੰਦੇ ਆ। ਮੈਂ ਹਰ ਕੁੜੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਵੀ ਤੁਹਾਡੇ ਨਾਲ ਕੁਝ ਗਲਤ ਹੁੰਦਾ ਤਾਂ ਡਰ ਕੇ ਕਦੇ ਵੀ ਘਰੇ ਨਾ ਬੈਠੋ, ਉਸ ਦਾ ਡਟ ਕੇ ਸਾਹਮਣਾ ਕਰੋ। ਸਾਡੇ ਸਮਾਜ ਵਿੱਚ ਕੁੜੀਆਂ ਨੂੰ ਇੱਜ਼ਤ ਦੇ ਨਾਮ 'ਤੇ ਇੰਨਾ ਮਜਬੂਰ ਕਰ ਦਿੰਦੇ ਆ ਕਿ ਉਹ ਵਿਚਾਰੀਆਂ ਡਰਦੀਆਂ ਘਰ ਤੋਂ ਬਾਹਰ ਹੀ ਨਹੀਂ ਨਿਕਲਦੀਆਂ। ਤੁਹਾਨੂੰ ਆਪਣੇ ਨਾਲ ਹੁੰਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਪਵੇਗੀ। ਘਰ ਬੈਠ ਕੇ ਕੁਝ ਨਹੀਂ ਹੁੰਦਾ। ਆਪਣੇ ਆਪ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰੱਖੋ। ਆਪਣੇ ਆਪ ਨੂੰ ਮਜ਼ਬੂਤ ਬਣਾਓ ਅਤੇ ਮਿਹਨਤ ਕਰਕੇ ਇੰਨੀ ਕਾਮਯਾਬੀ ਹਾਸਲ ਕਰੋ ਤਾਂ ਜੋ ਦੁਨੀਆ ਲਈ ਤੁਸੀਂ ਇੱਕ ਮਿਸਾਲ ਬਣ ਸਕੋ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਰੱਬ ਰਾਖਾ।